ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕਉ ਦੀਆ। ਨਾਉ ਹਰ ਧਨ ਸਚ ਸੋਈ। ਅਖੋਟ ਨਾਮ ਧਨ ਕਦੇ ਨਖੁੱਟਾ ਨਾਹੀ। ਕਿਨੈ ਨਾ ਕੀਮਤ ਹੋਈ। ਨਾਮ ਧਨ ਮੁਖ ਉਜਲੇ ਹੋਏ। ਹਰ ਪਾਇਆ ਸਚ ਸੋਏ। ਭਗਤ ਖਜ਼ਾਨਾ ਭਗਤਨ ਕਉ ਦੀਆ। ਨਾਉ ਹਰ ਧਨ ਸਚ ਸੋਏ। ਅਖੁੱਟ ਨਾਮ ਧਨ ਕਦੇ ਨਿਖੁੱਟਾ ਨਾਹੀ। ਕਿਨੈ ਨਾ ਕੀਮਤ ਹੋਈ। ਨਾਮ ਧਨ ਮੁਖ ਉਜਲੇ ਹੋਏ। ਹਰ ਪਾਇਆ ਸਚ ਸੋਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਬਿਨ ਸ਼ਬਦਾ ਜਗ ਭੁੱਲਦਾ ਫਿਰਦਾ। ਦਰਗਹ ਮਿਲੈ ਸੁਜਾਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਬਿਨ ਸ਼ਬਦਾ ਜਗ ਭੁੱਲਦਾ ਫਿਰਦਾ। ਦਰਗਹ ਮਿਲੈ ਸਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ। ਗੁਰੂ ਕੇ ਸਿੱਖਾ ਤੂੰ ਪ੍ਰਦੇਸ਼ ਦੇ ਵਿੱਚ 2 ਮਹੀਨੇ ਕਿਸੇ ਆਪਣੇ ਸਾਕ ਸੰਬੰਧੀ ਨੂੰ ਮਿਲਣ ਜਾਣਾ ਤੇ ਆਪਣੇ ਪਰਿਵਾਰ ਨੂੰ 6 ਮਹੀਨੇ ਕਹਿਣਾ ਕਿ ਮੈਂ ਪ੍ਰਦੇਸ਼ ਵੀ ਜਾਣਾ ਤੇ ਮੇਰਾ ਲੀੜੇ ਲੱਤੇ ਦਾ ਪ੍ਰਬੰਧ ਕਰੋ, ਅਰੇਂਜਮੈਂਟ ਕਰੋ। ਜਦ ਕਿ ਆਪਾਂ 2 ਮਹੀਨਿਆਂ ਤੋਂ ਬਾਅਦ ਵਾਪਸ ਆ ਜਾਣਾ। ਲੇਕਿਨ ਜਿਹੜੇ ਸਫ਼ਰ ਤੋਂ ਆਪਾਂ ਦੁਬਾਰਾ ਵਾਪਸ ਨਹੀਂ ਆਉਣਾ ਉਹਦਾ ਕਦੇ ਆਪਾਂ ਪ੍ਰਬੰਧ ਹੀ ਨਹੀਂ ਕੀਤਾ। ਬਾਹਰ ਦੀ ਗੱਲ ਤਾਂ ਛੱਡੋ, ਆਪਾਂ ਇੰਡੀਆ ਵਿੱਚ ਭਾਰਤ ਵਿੱਚ ਕਿਤੇ 5-7 ਦਿਨ ਕਿਸੇ ਆਪਣੇ ਮਿੱਤਰ ਰਿਸ਼ਤੇਦਾਰ ਕੋਲ ਜਾਣਾ ਹੋਵੇ ਨਾ ਤੇ ਆਪਾਂ ਪ੍ਰਬੰਧ ਕਰਦੇ ਹਾਂ ਸੀਟ ਦਾ, ਆਪਣੀ ਬੈਗ ਦਾ। ਲੇਕਿਨ ਜਿਸ ਯਾਤਰਾ ਤੋਂ ਮੁੜਨਾ ਨਹੀਂ ਉਹਦਾ ਪ੍ਰਬੰਧ ਵੀ ਆਪਾਂ ਨੂੰ ਕਰਨਾ ਬਣਦਾ ਹੈ। ਇਸ ਪੱਖ ਨੂੰ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਸਮਝਣ ਦਾ ਯਤਨ ਕਰੀਏ ਤੇ ਮਨ ਦੀ ਇਕਾਗਰਤਾ ਦੀ ਉਪਰਾਲਾ ਕਰੋ। ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕਉ ਦੀਆ। ਆਖਰਕਾਰ ਭਗਤ ਬਣਦਾ ਕਿਵੇਂ ਹੈ? ਇਹ 2 ਸ਼ਬਦਾਂ ਦਾ ਸੁਮੇਲ ਹੈ। ਭਗਤ ਗਦ ਦਾ ਨਾਮ ਹਾਲਤ ਤੇ ਪੱਬੇ ਦਾ ਅਰਥ ਹੈ ਭੈ ਵਾਲੀ ਗਤੀ। ਉਹ ਮਨੁੱਖ ਜਿਹੜਾ ਅੱਠੇ ਪੈਰ ਭੈ ਵਾਲੀ ਗਤੀ 'ਚ ਰਹਿੰਦਾ ਪੈਂਦਾ ਹੈ ਕਿ ਮੈਨੂੰ ਵਾਹਿਗੁਰੂ ਵੇਖਦਾ ਹੈ, ਉਹਨੂੰ ਕਹਿੰਦੇ ਨੇ ਭਗਤ। ਲੇਕਿਨ ਇਹਦੇ ਵਾਸਤੇ ਅਸੀਂ ਆਮ ਕਰਕੇ ਜਿਹੜੇ ਤਰਕਵਾਦੀ ਨੇ, ਨੁਕਤਾਚੀਨੀ ਸੁਭਾਅ ਵਾਲੇ ਨੇ, ਉਹ ਕਹਿੰਦੇ ਭਾਈ ਸਾਹਿਬ ਇਹ ਤਾਂ ਵਿਹਲਣਾ ਦਾ ਕੰਮ ਹੈ,
ਅਸੀਂ ਕੰਮਕਾਰ ਵਾਲੇ ਆ, ਜੀ ਪਾਲਣੇ ਨੇ, ਧੰਦੇ ਕਰਨੇ ਨੇ, ਤੇ ਜਿਹੜੇ ਵਿਹਲੇ ਨੇ ਉਹ ਗੁੜਕਾ ਫੜ ਕੇ ਬਾਣੀ ਪੜ੍ਹੀ ਜਾਂਦੇ ਨੇ। ਆਖਰ ਇਹ ਕੰਮਕਾਰ ਕਰਦਿਆਂ ਪਰਮਾਤਮਾ ਨੂੰ ਮਿਲਿਆ ਕਿਵੇਂ ਜਾਏਗਾ? ਆਪਾਂ ਮਿੱਤਰ ਦੇ ਦੋ ਸ਼ਬਦ ਆਮ ਬੋਲਦੇ ਆ। ਮਿੱਤਰ ਦਾ ਭਾਵ ਹੁੰਦਾ ਵੀ ਜਿਹਦੇ ਅੰਦਰ ਪ੍ਰੇਮ ਵਾਲੀ ਭਾਵਨਾ ਵੀ ਉਹ ਮਿੱਤਰ, ਤੇ ਦੋਸਤ ਸ਼ਬਦ ਜਿਹੜਾ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਇਕੱਠ ਹੈ। ਦੋਸਤ ਦੋ ਸੱਤ, ਭਾਵ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨਾਲ ਅਸੀਂ ਸੰਸੀਰੀ ਹੋਏ, ਸਾਡੇ ਅੰਦਰ ਸੱਚ ਹੋਵੇ। ਅਗਰ ਅਸੀਂ ਮਿੱਤਰ ਨਾਲ ਝੂਠ ਬੋਲ ਕਰਕੇ ਉਹਨੂੰ ਠੱਗੀ ਮਾਰਦੇ, ਅਸੀਂ ਦੋਸਤ ਨਹੀਂ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ? ਇਤਿਹਾਸ ਦੇ ਪੰਨਿਆਂ ਨੂੰ ਵਾਚੀਦਾ ਹੈ ਤੇ ਬਾਬਾ ਤਰਲੋਚਨ ਤੇ ਬਾਬਾ ਨਾਮਦੇਵ ਪਰਮਿੱਤਰ ਸਨ। ਬਾਬਾ ਨਾਮਦੇਵ ਦੀ ਬੜੀ ਚੜ੍ਹਦੀ ਅਵਸਥਾ ਹੈ, ਚੜ੍ਹਦੀ ਕਲਾ ਵਾਲੀ ਅਵਸਥਾ ਹੈ। ਆਮ ਕਰਕੇ ਬਾਬਾ ਤਰਲੋਚਨ ਜੀ ਭਗਤ ਨਾਮਦੇਵ ਕੋਲ ਆਪਣੇ ਸ਼ੰਕੇ ਰੱਖਦੇ ਨੇ ਤੇ ਬਾਬਾ ਨਾਮਦੇਵ ਉਹਦੀ ਸ਼ੰਕਿਆਂ ਦਾ ਜਵਾਬ ਦਿੰਦੇ ਹਨ। ਜਿਹੜਾ ਸ਼ੰਕਾ ਸਾਡੇ ਅੰਦਰ ਹੈ ਨਾ ਵੀ ਅਸੀਂ ਬਾਲ ਬੱਚੇਦਾਰ, ਅਸੀਂ ਗ੍ਰਸਤੀਆਂ, ਸਾਡੀਆਂ ਲੋੜਾਂ ਨੇ, ਅਸੀਂ ਵਿਹਲੇ ਹੋ ਕੇ ਰੱਬ ਦਾ ਨਾਮ ਕਿਵੇਂ ਲਵਾਂਗੇ? ਤੇ ਬਾਬੇ ਨਾਮਦੇਵ ਨੇ ਬੜੇ ਸਾਦੇ ਢੰਗ ਨਾਲ ਸਾਨੂੰ ਸਮਝਾਇਆ। ਉਹਨਾਂ ਨੇ ਇੱਕ ਸ਼ਬਦ ਚਾਰਿਆ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਅੰਕਿਤ ਹੈ। ਭਗਤ ਨਾਮਦੇਵ ਵਿੱਚ ਕਹਿੰਦੇ ਨੇ, ਆਨੀ ਲੈ ਕਾਗਦ ਕਾਟੀ ਲੈ ਗੂਡੀ, ਆਕਾਸ਼ ਮੱਧੇ ਭਰਮੀ ਹਲੇ, ਪੰਜ ਜਨਾਂ ਸੁ ਬਾਦ ਬਤਊਆ, ਚੀਜ਼ ਸੋ ਡੋਰੀ ਰਾਖੀ ਹਲੇ, ਮਨ ਰਾਮ ਨਾਮਾ ਬੇਦੀ ਹਲੇ। ਜਿਵੇਂ ਕਾਗਜ਼ ਦੀ ਪਤੰਗ, ਕਾਗਜ਼ ਦੀ ਗੁੱਡੀ ਬੱਚੇ ਨੇ ਦੁਕਾਨ ਤੋਂ ਲਿਆਂਦੀ ਜਾਂ ਬਣਾਈ, ਉਹਨੂੰ ਆਕਾਸ਼ ਵਿੱਚ ਉਡਾਉਂਦਾ ਬੱਚਾ ਮਾਸੂਮ, ਤੇ ਨਾਲ ਥੱਲੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਤਾ ਮੈਨੂੰ ਚਾਹ ਦਾ ਕੱਪ ਉੱਪਰ ਦੇ ਦੇ, ਮੇਰੇ ਦੋਸਤ ਨੇ ਗੁੱਡੀ ਵਧਾਈ ਤੇ ਮੈਂ ਉਹਨੂੰ ਕੱਟਣਾ। ਆਪਣੀ ਮਾਂ ਨਾਲ ਵੀ ਗੱਲਾਂ ਕਰ ਰਿਹਾ ਤੇ ਆਪਣੇ ਦੋਸਤ ਨੂੰ ਵੀ ਕਹਿੰਦਾ ਵੀ ਤੂੰ ਆਪਣੀ ਪਤੰਗ ਅੱਗੇ ਕਰ, ਮੈਂ ਕੱਟਾਂ। ਦੋ ਪਾਸੇ ਉਹਦਾ ਕੰਮ ਹੈ, ਪਰ ਨਾਲ ਤੀਜੇ ਪਾਸੇ ਉਹਦੀ ਸੁਰਤੀ ਪਤੰਗ ਵਾਲੇ ਪਾਸੇ ਹੈ। ਅਗਰ ਸੁਰਤੀ ਪਾਸੇ ਚਲੀ ਜਾਏ ਨਾ, ਉਹਦੀ ਪਤੰਗ ਕੱਟੀ ਜਾ ਸਕਦੀ ਹੈ, ਡਿੱਗ ਸਕਦੀ ਹੈ। ਦੂਜਾ ਉਦਾਹਰਨ ਦਿੱਤੀ ਹੈ, ਇਹ ਅਸੀਂ ਆਮ ਕਰਕੇ ਰਾਜਸਥਾਨ ਵਿੱਚ ਅੱਜ ਵੀ ਵੇਖਦੇ ਆ। ਉੱਥੇ ਸਾਡੀਆਂ ਬੀਬੀਆਂ, ਧੀਆਂ, ਭੈਣਾਂ, ਕਿਉਂਕਿ ਪਾਣੀ ਆਮ ਉਪਲਬਧ ਨਹੀਂ, ਉਹ ਡਿੱਗੀਆਂ ਤੋਂ, ਖਾਲਾਂ ਤੋਂ ਘੜੇ ਭਰ ਕੇ ਲਿਆਉਂਦੀਆਂ ਨੇ ਤੇ ਇਕੱਠੀਆਂ ਹੋ ਕੇ ਜਾਂਦੀਆਂ ਨੇ ਉਹ ਬੱਚੀਆਂ ਸਾਡੀਆਂ। ਸਿਰ ਤੇ ਘੜਾ ਹੈ, ਟਾਕ ਦੇ ਨਾਲ ਬੱਚਾ ਹੈ, ਲੇਕਿਨ ਸਾਖੀ ਨਾਲ ਗੱਲਾਂ ਵੀ ਕਰਦੀਆਂ, ਪਰ ਘੜਾ ਡਿੱਗਦਾ ਨਹੀਂ। ਇਹ ਨਹੀਂ ਵੀ ਘੜੇ ਨੂੰ ਪੇਚ ਲਾ ਕੇ ਬੀਬੀ ਨੇ ਸਿਰ ਨਾਲ ਫਿੱਟ ਕੀਤਾ, ਬਿਲਕੁਲ ਨਹੀਂ। ਘੜਾ ਬਿਲਕੁਲ ਸਿਰ ਦੇ ਉੱਪਰ ਰੱਖਿਆ, ਪਾਣੀ ਨਾਲ ਭਰਿਆ, ਬੱਚਾ ਢਾਕ ਨਾਲ ਹੈ। ਆਪਣੀ ਸਹੇਲੀ ਨਾਲ ਭੈਣ, ਉਹ ਸਾਡੀ ਬੱਚੀ ਗੱਲਾਂ ਵੀ ਕਰਦੀ, ਪਰ ਉਹ ਘੜਾ ਡਿੱਗਦਾ ਨਹੀਂ। ਇਹ ਪੰਕਤੀ ਆਨੀ ਲੈ ਕੁੰਭ, ਭਰਾਈ ਲੈ ਉਦਕ, ਰਾਜ ਕੁਆਰ ਪਰੰਦਰੀਏ, ਹਾਸਤ ਬਨੋਦ ਵਿਚਾਰ ਕਰਤ ਹੈ, ਚੀਜ਼ ਸੋ ਗਾਗਰ ਰਾਖੀ ਹਲੇ। ਅਗਲੀ ਉਹਨਾਂ ਉਦਾਹਰਨ ਦਿੱਤੀ ਵੀ ਜਿਵੇਂ ਪਸ਼ੂਆਂ ਵਾਲੇ ਗੁੱਜਰ ਭਰਾ ਜਾਂ ਹੋਰ ਲੋਕ ਗਊ ਨੂੰ ਛੱਡਦੇ ਨੇ, ਬਹੁਤ ਦੂਰ ਤੱਕ ਗਊਆਂ ਨੂੰ ਲੈ ਗਏ, ਪਰ ਜਿਹੜੀ ਗਾਂ ਹੈ ਨਾ ਉਹਦੀ ਵੱਛੇ ਵਾਲੇ ਪਾਸੇ ਸੌਦਾ ਹੈ। ਜਦੋਂ ਵੀ ਉਹ ਪੇਟ ਭਰ ਲੈਂਦੀਆਂ ਨੇ ਨਾ, ਤੇ ਉਹ ਗਾਂ ਆਪਣੀਆਂ ਬਾਕੀ ਨਾਲ ਦੀਆਂ ਦੀ ਪਰਵਾਹ ਨਹੀਂ ਕਰਦੀ, ਤੇ ਆਣ ਕਰਕੇ ਆਪਣੇ ਬੱਚੇ ਦੇ ਕੋਲ ਖਲੋ ਜਾਂਦੀ ਹੈ। ਇਸ ਪ੍ਰਕਾਰ
ਜਿਨ੍ਹਾਂ ਦੇ ਅੰਦਰ ਭੈ ਵਾਲੀ ਗਤੀ ਹੈ ਨਾ, ਆਪਾਂ ਇਹ ਵੀ ਬਾਬੇ ਨਾਮਦੇਵ ਸ਼ਬਦ ਪੜ੍ਹਦੇ ਹਾਂ, ਨਾਮਾ ਕਹਿ ਤਰਲੋਚਨਾ। ਬਾਬਾ ਨਾਮਦੇਵ ਕਹਿੰਦੇ ਮਿੱਤਰਾ ਮੇਰੀ ਗੱਲ ਸੁਣ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤਨ ਨੰਜ ਨਾਲ। हे ਮੇਰੇ ਮਿੱਤਰਾ, ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਲੈ, ਹੱਥਾਂ ਦੇ ਨਾਲ ਕੰਮ ਕਰਤੇ, ਪੈਰਾਂ ਨਾਲ ਜਿੱਥੇ ਜਾਣਾ ਤੁਰਿਆ ਚੱਲ, ਤੇਰੀ ਸੁਰਤੀ ਉਸ ਪਾਸੇ ਵੱਲ ਹੋਣੀ ਚਾਹੀਦੀ ਹੈ। ਪਰ ਇਹ ਹਰ ਇੱਕ ਦੇ ਵੱਸ ਦੀ ਨਹੀਂ। ਜਿਨ੍ਹਾਂ ਦੇ ਅੰਦਰ ਭੈ, ਇਹ ਖਜ਼ਾਨਾ ਵਾਹਿਗੁਰੂ ਨੇ ਉਹਨਾਂ ਨੂੰ ਦਿੱਤਾ ਹੈ। ਭਗਤ ਖਜ਼ਾਨਾ ਭਗਤਨ ਕੋ ਦੀਆ। ਇੱਕ ਨਾਲ ਮਾਫੀ ਮੰਗਾ ਮੈਂ ਤੁਹਾਡੇ ਕੋਲੋਂ, ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੀਏ। ਆਪਾਂ ਗੁਰੂ ਦੇ ਦਰਬਾਰ ਵਿੱਚ ਕਦੇ ਗੁਰੂ ਕੋਲ ਆ ਕੇ ਭਗਤੀ ਮੰਗੀ ਨਹੀਂ, ਕਦੇ ਨਹੀਂ ਮੰਗੀ। ਕੋਈ ਤਾਂ ਇਹ ਕਹਿੰਦਾ ਵੀ ਮੇਰਾ ਫਲਾਣਾ ਕਾਰਜ ਹੋ ਜਾਏ, ਫਲਾਣਾ ਸੌਦਾ ਕਰਦਾ ਉਹ ਹੋ ਜਾਏ। ਕਈ ਇੱਥੋਂ ਤੱਕ ਮੈਂ ਖੁਦ ਵੇਖਿਆ ਜਿਹੜੇ ਕਹਿੰਦੇ ਨਹੀਂ ਵੀ ਮਹਾਰਾਜ ਕਿਸੇ ਦਾ ਹੱਥ ਨਾ ਲਵਾਈ, ਸਾਨੂੰ ਨਵੇਂ ਨਰੋਇਆਂ ਨੂੰ ਲੈ ਜਾਈ। ਮੈਂ ਇਹ ਵੀ ਅਰਦਾਸ ਕਰਦੇ ਵੇਖੇ ਨੇ। ਪਰ ਇਹਦੇ ਨਾਲ ਅਸੀਂ ਗੁਰੂ ਕੋਲੋਂ ਕਦੇ ਨਾਮ ਤਾਂ ਮੰਗਿਆ ਕਰੀਏ ਨਾ। ਮੰਗਣਾ ਮੰਗਨ ਨੀਕਾ, ਹਾਰ ਜਸ ਗੁਰ ਤੇ ਮੰਗਣਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਮੰਗਣਾ ਮਾੜਾ ਨਹੀਂ, ਮੰਗਿਆ ਕਰ, ਪਰ ਵਾਹਿਗੁਰੂ ਦੇ ਕੋਲੋਂ ਪ੍ਰਮਾਤਮਾ ਦੀ ਵਡਿਆਈ ਮੰਗਿਆ ਕਰਦੇ। ਜੇ ਪ੍ਰਮਾਤਮਾ ਦੀ ਵਡਿਆਈ ਕਰੇਗਾ ਤੇ ਮਗਰ ਮਗਰ ਪਦਾਰਥ ਤੁਰੇ ਫਿਰਨਗੇ। ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਮਹੱਲਾ ਤੀਜਾ, ਬਰਮ ਬਿੰਦੇ ਤਿਸ ਦਾ ਬਹਿ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਉਹ ਗੁਰਮੁਖ ਜਨ, ਉਹ ਭਲੀਆਂ ਰੂਹਾਂ ਜਿਹੜੇ ਪਰਿਪੂਰਨ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀਆਂ ਨੇ ਨਾ, ਇਹ ਪਦਾਰਥ ਉਹਨਾਂ ਦੇ ਮਗਰ ਮਗਰ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਭਗਤ ਦਾ ਖਜ਼ਾਨਾ ਨਾ, ਇਹ ਭਗਤਾਂ ਨੂੰ ਦਿੱਤਾ। ਜਿਹੜਾ ਚਾਹਵਾਨ ਹੋਵੇਗਾ ਨਾ ਉਹੀ ਲਏਗਾ ਨਾ। ਸਾਡੀ ਇੰਨੀ ਢਿੱਲੀ ਅਵਸਥਾ ਹੈ। ਮੇਰੀ ਆਪਣੀ ਹੱਡ ਬੀਤੀ ਮੈਂ ਕਹਿਣ ਲੱਗਾ ਤੇ ਮਾਫੀ ਤੁਸੀਂ ਕਹਿਣਾ ਵੀ ਗਿਆਨੀ ਜੀ ਘਰ ਦੀਆਂ ਗੱਲਾਂ ਕਰੀ ਜਾਂਦੇ ਨੇ। ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਗੋਦੀ 'ਚ ਹਰਿਮੰਦਰ ਸਾਹਿਬ ਬੈਠਾ ਤੇ ਮੇਰੀ ਕਿਸੇ ਆਪਣੇ ਭਰਾ ਦੇ ਨਾਲ ਸਨੇਹ ਸੀ, ਪਿਆਰ ਸੀ, ਤੇ ਮੈਂ ਇਕੱਲੇ ਨੇ ਅਰਦਾਸ ਕੀਤੀ, ਪਾਤਸ਼ਾਹ ਮੇਰੇ ਤੇ ਮਿਹਰ ਕਰ, ਮੇਰੇ ਭਰਾ ਨੂੰ ਨਾਮਦਾਨ ਦੇ। ਮੈਨੂੰ ਕਿਸੇ ਮਜਬੂਰ ਨਹੀਂ ਕੀਤਾ। ਵਾਹਿਗੁਰੂ ਜਾਣੇ ਵੀ ਮੇਰੇ ਮਨ ਉਸ ਪਾਸੇ ਕਿਉਂ ਚਲਾ ਗਿਆ। ਮੈਂ ਹਰਿਮੰਦਰ ਸਾਹਿਬ ਤੋਂ ਬਾਹਰ ਉੱਠ ਕੇ ਲਾਚੀ ਮੇਰੀ ਕੋਲ ਆਇਆ ਤੇ ਭਾਣਾ ਰੱਬ ਦਾ ਵੀ ਉਹ ਭਰਾ ਮੈਨੂੰ ਮਿਲ ਪਿਆ। ਤੇ ਮੈਂ ਉਹਨੂੰ ਆਖਿਆ ਵੀ ਵੀਰਾ ਅੱਜ ਬੜਾ ਚੰਗਾ ਦਿਨ ਹੈ, ਮੈਂ ਤੇਰੇ ਲਈ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਨਾਮਦਾਨ ਮੰਗ ਕੇ ਆਇਆ। ਉਹਨੇ ਇੱਕਦਮ ਮੇਰੀ ਗੱਲ ਕੱਢ ਕੇ ਕਹਿਣ ਲੱਗਾ, ਭਾਊ ਨਾਮ ਤੋਂ ਕੀ ਲੈਣਾ, ਕਿਤੇ ਕੁਰਸੀ ਦਵਾ ਦੇ। ਇਹ ਮੇਰੀ ਅੱਡ ਬੀਤੀ ਜੇ, ਕੋਈ ਖਰਚਾ ਤਾਂ ਨਹੀਂ ਨਾ। ਪਰ ਜਿੰਨਾ ਚਿਰ ਕਿਸਮਤ ਸਾਥ ਨਾ ਦੇਵੇ ਗੁਰਮੁਖੋ, ਉਦੋਂ ਮਿਲਦਿਆਂ ਮਿਲਦਿਆਂ ਵੀ ਅਸੀਂ ਝੋਲੀ ਨਹੀਂ ਜੜਦੇ। ਮੇਰੇ ਮਨ ਨੂੰ ਗਹਿਰੀ ਸੱਟ ਲੱਗੀ। ਰਾਤ ਦੀ ਮੇਰੀ ਫਿਰ ਡਿਊਟੀ ਸੀ। ਮੈਂ ਉਸੇ ਮਨ ਨਾਲ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ, ਪਾਤਸ਼ਾਹ ਮੈਂ ਦੁਪਹਿਰੇ ਤਾਂ ਤੇਰੇ ਕੋਲ ਨਾਮਦਾਨ ਮੰਗਿਆ ਸੀ ਆਪਣੇ ਭਰਾ ਲਈ, ਲੇਕਿਨ ਉਹ ਗਾਹਕ ਨਹੀਂ ਹੋ। ਇਹ ਹੁਣ ਤੇਰੀ ਮਰਜ਼ੀ ਵੀ ਦੇ ਜਾਂ ਨਾ ਦੇ, ਪਰ ਉਹ ਨਹੀਂ ਚਾਹੁੰਦਾ। ਕੇਵਲ ਨਾਮ ਮੰਗੀਏ, ਪਰ ਇਹ ਮਿਲਦਾ ਕਿਹਨਾਂ ਨੂੰ? ਜਿਨ੍ਹਾਂ ਦੇ ਅੰਦਰ ਭੈ ਹੈ, ਜਿਨ੍ਹਾਂ ਦੇ ਅੰਦਰ ਡਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਗਤ ਦਾ ਖਜ਼ਾਨਾ ਨਾ, ਇਹ ਭੈ ਵਾਲੀ ਗਤੀ ਵਾਲਿਆਂ ਨੂੰ ਹੀ ਮਿਲਦਾ ਹੈ। ਨਾਉ ਹਰ ਧਨ ਸੱਚ ਸੋਏ। ਗੁਰਮੁਖਾ ਬਾਕੀ ਦੇ ਜਿੰਨੇ ਧਨ ਨੇ ਨਾ, ਇਹ ਝੂਠੇ ਹਨ। ਆਪਾਂ ਪੜ੍ਹਦੇ ਹਾਂ ਤੇ ਕਿਤਾਬਾਂ ਦੇ ਵਿੱਚ ਉਦਾਹਰਨਾਂ ਹੁੰਦੀਆਂ ਨੇ। ਉਰਦੂ ਵਾਲੇ ਭਰਾ ਮਿਸਾਲ ਕਹਿੰਦੇ ਨੇ, ਅੰਗਰੇਜ਼ੀ ਵਾਲੇ ਐਗਜ਼ਾਮਪਲ ਕਹਿੰਦੇ ਨੇ, ਆਪਾਂ ਪੰਜਾਬੀ 'ਚ ਉਦਾਹਰਨ ਕਹਿ ਦਿੰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਕਿਤੇ ਵਚਦੇ ਜੇ ਨਾ, ਤੇ ਪਹਿਲਾਂ 3 ਬਾਣੀਆਂ ਜਪਜੀ ਸਾਹਿਬ, ਰਹਿਰਾਸ ਸਾਹਿਬ ਤੇ ਸੁਹਲ ਦਾ ਪਾਠ ਹੁੰਦਾ ਹੈ। ਰਾਗ ਰੰਭ ਹੁੰਦੇ ਨੇ ਨਾ,
ਉੱਥੇ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਚੇਤ ਕੀਤਾ ਵੀ ਪੁੱਤਰਾ ਇਹੋ ਜਿਹੀਆਂ ਚੀਜ਼ਾਂ ਤੈਨੂੰ ਮੂਹਣ ਵਾਸਤੇ ਮਿਲਣਗੀਆਂ ਤੇ ਕਿਤੇ ਉਲਝ ਨਾ ਜਾਈ। ਉਹ ਸ਼ਬਦ ਵੱਲ ਆਪਣੀ ਸੁਰਤੀ ਲਿਜਾਓ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਲਾਵੇ ਲਾਓ। ਇਹ ਵਾਹਿਗੁਰੂ ਮੇਰੇ ਤੇ ਮਿਹਰ ਕਰੀ, ਮੇਰੇ ਮਕਾਨ ਦੇ ਵਿੱਚ ਪੱਥਰ ਦੀ ਥਾਂ ਤੇ ਭਾਵੇਂ ਹੀਰੇ ਜੜੇ ਹੋਣ, ਮੇਰੇ ਆਰਾਮ ਕਰਨ ਵਾਸਤੇ ਬੜੇ ਸੋਹਣੇ ਪਲੰਘ ਡਿਠੇ ਹੋਣ, ਪਰ ਉਹਨਾਂ ਪਲੰਘਾਂ ਤੇ ਮੈਨੂੰ ਨੀਂਦ ਨਾ ਆਵੇ। ਮੇਰੇ ਤੇ ਕਿਰਪਾ ਕਰੀ, ਮੈਨੂੰ ਤੇਰਾ ਨਾਮ ਨਾ ਭੁੱਲੇ। ਪਹਿਲਾ ਇਹਦਾ ਪੌੜੀ ਹੈ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚਿੱਤ ਨਾਵੇ ਲਾਓ। ਤੇ ਦੂਜੀ ਪੌੜੀ ਹੈ, ਧਰਤੀ ਤਾਂ ਹੀਰੇ ਲਾਲ ਜੜਤੀ ਪਲਕ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਲਾਵੇ ਲਾਓ। ਦੁਨੀਆ ਦੇ ਝੂਠੇ ਚਮੜੇ ਨੂੰ ਵੇਖ ਕਰਕੇ ਕਿਤੇ ਮੇਰੀ ਬਿੜਤੀ ਚਮੜੇ ਵਾਲੀ ਨਾ ਬਣ ਜਾਏ। ਤੀਜੀ ਪੌੜੀ 'ਚ ਮੇਰੇ ਪਾਤਸ਼ਾਹ ਕਹਿੰਦੇ ਨੇ, ਆਪਾਂ ਕਹਿੰਦੇ ਫਲਾਣੇ ਬਾਬੇ ਨੇ ਆਹ ਆਖਿਆ, ਉਹਦੇ ਬਚਨ ਪੂਰੇ ਹੋ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਬਹੁਤ ਥੱਲੇ ਦੀ ਗੱਲ ਹੈ ਕਿ ਜੇ ਤੇਰੀ ਅਰਦਾਸ ਪੂਰੀ ਹੋ ਜਾਂਦੀ, ਤੇਰੇ ਬਚਨ ਪੂਰੇ ਹੋ ਜਾਂਦੇ, ਕਿਤੇ ਉਲਝ ਨਾ ਜਾਈ, ਮੰਜ਼ਲ ਅੱਗੇ ਹੈ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾਵੇ ਲਾਓ। ਤੇ ਚੌਥੀ ਪੌੜੀ 'ਚ ਆ ਗਈ ਔਂਤਰੀ ਕੁਰਸੀ। ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਸਨ, ਮਿੱਤਰਾ ਕੁਰਸੀ ਵਾਲੇ ਪਾਸੇ ਬਹੁਤਾ ਖਿਆਲ ਨਾ ਕਰਿਆ ਕਰ, ਕਿਤੇ ਇੱਕ ਪਾਵਾ ਵੀ ਟੁੱਟ ਗਿਆ ਤੇ ਮਣਕੇ ਪੱਲੇ ਥੱਲੇ ਡਿੱਗ ਪਏਗਾ। ਕੁਰਸੀ ਦੇ 4 ਪਾਵੇ ਹੁੰਦੇ ਨੇ ਨਾ, ਜੇ ਇੱਕ ਪਾਵਾ ਵੀ ਟੁੱਟ ਗਿਆ ਤੇ ਮਣਕੇ ਥੱਲੇ ਡਿੱਗ ਪਏਗਾ, ਮਣਕੇ ਪੱਲੇ ਟੁੱਟ ਜਾਏਗਾ ਮਣਕਾ। ਆਪਾਂ ਕੁਰਸੀ ਤੇ ਬੈਠ ਕਰਕੇ ਅੰਨੇ ਹੋ ਜਾਣੇ, ਸਾਨੂੰ ਨਾ ਸੁਣਦਾ ਤੇ ਨਾ ਸਾਨੂੰ ਦਿਸਦਾ। ਸਾਡੇ ਬਾਪੂ ਨੇ ਆਖਿਆ, ਮਿੱਤਰਾ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਓ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਹਵਾ ਦੇ ਬੁੱਲੇ ਦੀ ਤਰ੍ਹਾਂ, ਬੁੱਲੇ ਦੀ ਤਰ੍ਹਾਂ ਆਪਾਂ ਹਵਾ ਦੇ ਬੁੱਲੇ ਵੇਹਨੇ ਆ ਨਾ। ਹੁਣ ਮਾੜੀ ਜੀ ਹਵਾ ਆਈ ਤੇ ਮੁੜ ਕੇ ਕੱਖ ਵੀ ਨਹੀਂ। ਕਿਤੇ ਨਿਗਾਹ ਮਾਰੋ ਕੁਰਸੀ ਤੇ ਕਿੰਨੇ ਬਹਿ ਗਏ, ਅੱਜ ਉਹਨਾਂ ਨੂੰ ਚੇਤੇ ਕੋਈ ਨਹੀਂ ਜੇ ਕਰਦਾ। ਅਕਬਰ ਬਾਦਸ਼ਾਹ ਨੇ 50 ਸਾਲ ਰਾਜ ਕੀਤਾ। ਮੈਨੂੰ ਅੱਜ ਤੱਕ ਨਹੀਂ ਪਤਾ ਵੀ ਅਕਬਰ ਦੀ ਡੇਟ ਆਫ ਬਰਥ ਕੀ ਸੀ। 50 ਸਾਲ ਰਾਜ ਕੀਤਾ, ਲੇਕਿਨ ਇੱਕ ਬਾਬਾ ਕਬੀਰ ਜਿਹੜਾ ਖੱਡੀ ਤੇ ਕੱਪੜੇ ਉਣਦਾ, ਉਹਦੇ ਜਨਮ ਦਿਹਾੜੇ ਤੇ ਛੁੱਟੀ ਕਰਦੇ ਆ ਹਿੰਦੁਸਤਾਨ ਵਿੱਚ, ਕਿਉਂਕਿ ਉਹਦੇ ਕੋਲ ਨਾਮ ਧਨ, ਉਹ ਕੁਰਸੀ ਦਾ ਚਾਹਵਾਨ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸਲੀ ਜਿਹੜਾ ਖਜ਼ਾਨਾ ਨਾ, ਇਹ ਭਾਈ ਪ੍ਰਮਾਤਮਾ ਦਾ ਨਾਮ ਹੈ, ਸੱਚ ਤੋਂ ਭਾਵ ਦਾ ਸਦੀਵੀ ਤੌਰ ਤੇ ਰਹਿਣ ਵਾਲਾ। ਉਹ ਪਹਿਲਾਂ ਵੀ ਤਾਕਤ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਜਿਹਨੂੰ ਆਪਾਂ ਕਹਿੰਦੇ ਐਕਸਪਾਇਰੀ ਡੇਟ, ਦਵਾਈ ਲੈਣੇ ਤੇ ਆਪਾਂ ਕਹਿੰਦੇ ਇਹ ਐਕਸਪਾਇਰੀ ਡੇਟ ਵੀ ਕਿਤੇ ਲੰਘਦਾ ਨਹੀਂ ਗੀ, ਇਹ ਨੁਕਸਾਨਦਾਇਕ ਹੈ। ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹਦੀ ਐਕਸਪਾਇਰੀ ਡੇਟ ਕੋਈ ਨਹੀਂ, ਇਹ ਪੁਰਾਣਾ ਨਹੀਂ ਹੁੰਦਾ। ਅਖੋਟ ਨਾਮ ਧਨ ਕਦੇ ਨਖੁੱਟਾ ਨਾਹੀ। ਬਾਕੀ ਦੀਆਂ ਚੀਜ਼ਾਂ ਗੁਰਮੁਖੋਂ ਸਾਰੀਆਂ ਮੁੱਕ ਜਾਂਦੀਆਂ ਨੇ, ਲੇਕਿਨ ਵਾਹਿਗੁਰੂ ਦਾ ਨਾਮ ਮੁੱਕਦਾ ਨਹੀਂ। ਆਪਾਂ ਖਰਾ ਸੌਦੇ ਦਾ ਇਤਿਹਾਸ ਪੜ੍ਹਦੇ ਹਾਂ, ਗੁਰਦੁਆਰਾ ਬਣਿਆ ਖਰਾ ਸੌਦਾ ਪਾਕਿਸਤਾਨ 'ਚ ਰਹਿ ਗਿਆ। ਸਾਡੇ ਇਹ ਬਦਕਿਸਮਤੀ। ਐ ਸਟੇਜ ਤੇ ਮੰਜੀ ਸਾਹਿਬ ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਸਿੰਘ ਨੇ, ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਸੀ। ਉਹ ਕਹਿੰਦੇ 84 ਦਾ ਅਟੈਕ ਹੋਇਆ, ਸਰਕਾਰ ਦੀ ਮਿਲੀ ਭੁਗਤ ਨਾਲ ਸਾਨੂੰ ਖੁੱਲ੍ਹੇਆਮ ਕਤਲ ਕੀਤਾ ਗਿਆ। ਇਹ ਮਸਕੀਨ ਸਾਹਿਬ ਦੇ ਬੋਲ ਨੇ।
ਕਹਿੰਦੇ ਕਾਨਪੁਰ ਇੱਕ ਪੰਡਤ ਵੀਰ ਤੇ ਇੱਕ ਮੌਲਵੀ ਸਾਹਿਬ ਉਹ ਗੁਆਂਢੀ ਸਨ ਤੇ ਆਪਸ ਵਿੱਚ ਪ੍ਰੇਮ ਨਾਲ ਗੱਲਾਂ ਕਰਨ ਲੱਗ ਪਏ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਪੰਡਤ ਭਰਾ ਕਹਿਣ ਲੱਗਾ ਵੀ ਸਿੱਖਾਂ ਨੂੰ ਇੰਨੀ ਮਾਰ ਪਈ ਹੈ, ਮੈਂ ਅਸਲੀ ਸਿੱਖ ਨੂੰ ਕਿਤੇ ਸਟੇਸ਼ਨ ਤੇ ਮੰਗਦਿਆਂ ਨਹੀਂ ਵੇਖਿਆ। ਤੇ ਉਹ ਮੀਆਂ ਜੀ ਕਹਿਣ ਲੱਗੇ ਮਿੱਤਰਾ ਇਹਨਾਂ ਮੰਗਣਾ ਵੀ ਨਹੀਂ, ਕਿਉਂਕਿ ਇਹਨਾਂ ਦੇ ਬਾਪੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ 20 ਰੁਪਈਆਂ ਦੀ FD ਕਰਾਈ ਹੈ ਉਹਦਾ ਵਿਆਜ ਹੀ ਇੰਨਾ ਵੱਧ ਜਾਂਦਾ ਵੀ ਉਹ 20 ਦੀ FD ਨਹੀਂ ਮੁੱਕਦੀ। ਇਹ ਯਾਦ ਰੱਖਿਆ ਜੇ, ਜਿਹੜਾ ਮੰਗਦਾ ਨਾ ਉਹ ਸਿੱਖ ਨਹੀਂ। ਅਸੀਂ ਮੰਗਣਾ ਕੇਵਲ ਤੇ ਕੇਵਲ ਗੁਰੂ ਕੋਲੋਂ। ਜਿਹੜਾ ਬੰਦਿਆਂ ਕੋਲ ਮੰਗਦਾ ਨਾ ਉਹ ਗੁਰਮਤਿ ਦੀ ਉਲੰਘਣਾ ਕਰਦਾ। ਸਾਡੇ ਗੁਰਦੇਵ ਨੇ ਸਾਨੂੰ ਆਖਿਆ ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੇ ਭਗਵਾਨ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਹੈ ਨਾ ਗੁਰਮੁਖਾ ਤੋਟ ਨਾ ਆਵੇ ਵੱਧ ਹੋ ਜਾਏ। ਜਿੰਨਾ ਵੀ ਭਜਨ ਕਰੇਗਾ ਨਾ, ਜਿੰਨਾ ਵੀ ਦੂਜਿਆਂ ਦੇ ਭਲੇ ਵਾਸਤੇ ਅਰਦਾਸਾਂ ਕਰੇਗਾ, ਇਹ ਮੁਕਦਾ ਨਹੀਂ ਵੱਧਦਾ ਜਾਏਗਾ। ਅਖੁੱਟ ਨਾਮ ਧਨ ਕਦੇ ਨਖੁੱਟੇ ਨਹੀਂ। ਜਿਹੜਾ ਵਾਹਿਗੁਰੂ ਦਾ ਨਾਮ ਇਹ ਮੁੱਕਣ ਵਾਲਾ ਨਹੀਂ, ਕਦੇ ਮੁੱਕਦਾ ਨਹੀਂ। ਕਿਨੈ ਨਾ ਕੀਮਤ ਹੋਏ। ਫਿਰ ਆਪਾਂ ਕਹਿੰਦੇ ਵੀ ਫਲਾਨੀ ਚੀਜ਼ ਦੀ ਇੰਨੀ ਕੀਮਤ ਹੈ। ਆਪਾਂ ਬੈਂਕਾਂ ਤੇ ਪੜ੍ਹਦੇ ਹਾਂ ਲਿਮਟਿਡ। ਜਿਹੜੀ ਵਾਹਿਗੁਰੂ ਦੀ ਦਾਤ ਹੈ ਨਾ ਉਹ ਲਿਮਟਿਡ ਨਹੀਂ, ਇਨਲਿਮਟਿਡ ਹੈ। ਲਿਮਟਿਡ ਤੋਂ ਭਾਵ ਹੱਦ ਤੋਂ ਪਰਾਂ ਹੈ, ਉਹਦਾ ਹੱਦ ਬੰਨਾ ਨਹੀਂ। ਨਾਮ ਧਨ ਮੁਖ ਉਜਲੇ ਹੋਏ। ਵਾਹਿਗੁਰੂ ਦਾ ਨਾਮ ਲਵੇਂਗਾ ਤੇ ਗੁਰਮੁਖਾ ਸੰਸਾਰ ਤੋਂ ਮੁਖ ਉਜਲਾ ਲੈ ਕੇ ਜਾਵੇਂਗਾ। ਪਰ ਰੋਜ਼ਾਨਾ ਪਾਠ ਕਰਦੇ ਸਾਨੂੰ ਸਰ ਨੂੰ ਪੰਕਤੀਆਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਸ਼ਲੋਕ ਹੈ ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ 2 ਥਾਵਾਂ ਤੇ ਆਇਆ। ਇਹ ਮੈਂ ਤਾਂ ਕਹਿਣ ਲੱਗਾ ਵੀ ਕਈ ਵਾਰ ਗੁਰਮੁਖ ਪਿਆਰੋ ਕੋਈ ਸ਼ਬਦ ਪੜ੍ਹਦੇ ਆਪਾਂ ਕਿੰਤੂ ਕਰਦੇ ਤੂੰ ਆਹ ਲਫ਼ਜ਼ ਕਿਉਂ ਜੋੜਿਆ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਇਹ ਸ਼ਲੋਕ ਅੱਗੇ ਸ੍ਰੀ ਰਾਗ ਦੇ ਵਿੱਚ ਵੀ ਮਹੱਲਾ ਦੂਜਾ ਦੇ ਸਿਰਲੇਖ ਥੱਲੇ ਆਉਂਦਾ ਹੈ। ਭਾਵ ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਨਾਲ ਹੋਰ ਕਈਆਂ ਦੀ ਕਲਿਆਣ ਹੋ ਗਈ। ਹਰ ਪਾਇਆ ਸੱਚ ਸੋਏ। ਔਰ ਉਹਦਾ ਹਰੀ ਹਰ ਥਾਂ ਤੇ ਵਿਆਪਕ ਹੈ ਨਾ, ਜਿਹੜਾ ਸਦੀਵੀ ਤੌਰ ਤੇ ਰਹਿਣ ਵਾਲਾ ਹੈ ਉਹਦੀ ਪ੍ਰਾਪਤੀ ਹੋ ਗਈ ਉਹਨਾਂ ਗੁਰਮੁਖਾਂ ਨੂੰ। ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ। ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਤੂੰ ਦੂਜਿਆਂ ਨੂੰ ਤਾਂ ਕਹੀ ਜਾਣਾ ਕਿਤੇ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰ। ਸਾਡੇ ਵਿੱਚ ਬਹੁਤ ਵੱਡੀ ਔਗਣ ਆਪਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ। ਆਪਾਂ ਹਮੇਸ਼ਾ ਦੂਜਿਆਂ ਤੇ ਉਂਗਲ ਉਠਾਉਂਦੇ ਆ, ਲੇਕਿਨ ਜਿਹੜਾ ਵਾਹਿਗੁਰੂ ਹੈ ਨਾ ਉਹ ਇੰਨਾ ਸੁਚੇਤ ਇੰਨਾ ਬੇਅੰਤ ਹੈ, ਉਹ ਇੱਕਦਮ ਸਾਡੀਆਂ 3 ਉਂਗਲਾਂ ਪਿੱਛੇ ਨੂੰ ਮੋੜ ਦਿੰਦਾ। ਕਹਿੰਦਾ ਗੁਰਮੁਖਾ ਤੂੰ ਉਹਦੇ ਵੱਲ ਉਂਗਲ ਕੀਤੀ ਉਹ 25% ਗਲਤ ਹੈ, ਤੂੰ 75% ਗਲਤ ਹੈ। ਜਦੋਂ ਆਪਾਂ ਕਿਸੇ ਵੱਲ ਉਂਗਲ ਕਰਦੇ ਆ ਨਾ ਤੇ ਉਹ ਉਂਗਲ ਨੂੰ ਸਿੱਧਿਆਂ ਕਲੀ ਦੇ ਖਿਚੜ ਕਰਨੀ ਪੈਂਦੀ ਹੈ, ਲੇਕਿਨ ਜਿਹੜੀਆਂ 3 ਉਂਗਲਾਂ ਨੇ ਨਾ ਉਹ ਆਪਣੇ ਆਪ ਹੀ ਸਾਡੇ ਵੱਲ ਮੁੜ ਜਾਂਦੀਆਂ ਨੇ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਦੂਜਿਆਂ ਨੂੰ ਨਾ ਕਹੋ, ਕਿਤੇ ਆਪਣੇ ਮਨ ਨੂੰ ਵੀ ਕਹੋ। ਆਪਾਂ ਰੋਜ਼ਾਨਾ ਪਾਠ ਕਰਦੇ, ਗੁਰੂ ਅਮਰਦਾਸ ਪਾਤਸ਼ਾਹ ਸਾਡੇ ਤੇ ਰੋਜ਼ਾਨਾ ਰਹਿਮਤ ਕਰਦੇ ਨੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨਾ ਤੂੰ ਵੀ ਕਿਤੇ ਵਾਹਿਗੁਰੂ ਨਾਲ ਤੁਰ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਹੇ ਮੇਰੇ ਮਨਾ ਗੁਰੂ ਦੇ ਉਪਦੇਸ਼ ਦੁਆਰਾ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਉਸ ਗੁਰੂ ਦੇ ਉਪਦੇਸ਼ ਨੂੰ ਮੰਨਣ ਕਰਕੇ। ਮੇਰੇ ਸਾਹਮਣੇ ਇੱਕ ਇਤਿਹਾਸ ਦੀ ਸਾਖੀ ਚੇਤੇ ਆ ਗਈ ਮੰਨਣ ਤੋਂ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚ ਭੂਮੀਏ ਚੋਰ ਦਾ ਪ੍ਰਸੰਗ ਪੜ੍ਹਦੇ ਤੇ ਸੁਣਦੇ ਆ। ਭੂਮੀਏ ਚੋਰ ਦਾ ਕਈ ਵਾਰ ਗੁਰਮੁਖੋ ਉਹਨਾਂ ਦਾ ਪ੍ਰਸੰਗ ਪੜ੍ਹੀ ਦੇ ਨਾ ਤੇ ਸ਼ਰਮ ਆਉਂਦੀ ਆਪਣੇ ਆਪ ਉੱਪਰ। ਮੈਂ ਅੱਗੇ ਵੀ ਇੱਥੇ ਜ਼ਿਕਰ ਕੀਤਾ ਸੀ, ਅਸੀਂ ਸੱਜਣ ਠੱਗ ਨੂੰ ਮਾੜਾ ਕਹੀ ਜਾਂਦੇ ਆ, ਲੇਕਿਨ ਸਾਡੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਹੈ
ਉਹਨੇ ਇੱਕ ਸ਼ਬਦ ਸੁਣਿਆ ਤੇ ਕੰਨਾਂ ਨੂੰ ਹੱਥ ਲਾਇਆ, ਤੋਬਾ ਕੀਤੀ, ਮੁੜ ਕੇ ਉਹ ਮਿੱਤਰ ਬਣ ਗਿਆ। ਉਹਨੇ ਧਰਮ ਦਾ ਪ੍ਰਚਾਰ ਕੀਤਾ ਤੇ ਜੋ ਲੁੱਟਿਆ ਸੀ ਉਹ ਵੰਡ ਕਤਿਆ। ਇੱਕ ਸ਼ਬਦ ਉਜਲ ਕਹਿਹਾਂ ਤਿਲਕਣਾ, ਘੋਟਮ ਕਾਲੜੀ ਬਸ, ਧੋਤਿਆਂ ਝੂਠ ਨਾ ਉਤਰੇ, ਜੇ ਸੋ ਧੋਵਾਂ ਤਿਸ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਨੂੰ ਮੁਖਾਤਬ ਕਰਕੇ ਸ਼ਬਦ ਉਚਾਰਨਾ ਕੀਤਾ ਤਲੰਬੇ ਸ਼ਹਿਰ ਵਿੱਚ। ਅਸੀਂ ਹਜ਼ਾਰਾਂ ਸ਼ਬਦ ਪੜ੍ਹੇ, ਹਜ਼ਾਰਾਂ ਸੁਣੇ ਤੇ ਦਾਅ ਲੱਗੇ ਤੇ ਅਸੀਂ ਕਿਸੇ ਦਾ ਲਿਹਾਜ਼ ਨਹੀਂ ਜੀ ਕਰਦੇ। ਅਸੀਂ ਠੱਗਾਂ ਕਿਉਂ ਠੱਗ ਸੀ? ਭੂਮੀਏ ਦੀ ਸਾਖੀ ਪੜ੍ਹੀ ਤੇ ਮੇਰਾ ਅੰਦਰ ਹਿੱਲ ਗਿਆ। ਇਹਨਾਂ ਲੋਕਾਂ ਵਿੱਚ ਕਿੰਨੀ ਯੂਨਿਟੀ ਹੈ। ਇਹਨਾਂ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਵੀ ਆਪਾਂ ਚੋਰ ਹਾਂ ਤੇ ਆਪਾਂ ਸੰਤ ਕੋਲ ਨਹੀਂ ਜਾਣਾ। ਜੇ ਆਪਾਂ ਗਏ ਤੇ ਆਪਾਂ ਨੂੰ ਸੰਤ ਵਿਗਾੜ ਦੇਗਾ, ਚੋਰੀ ਤੋਂ ਢਾਹ ਦੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਜਾ ਕੇ ਆਪਣਾ ਪੜਾਅ ਕੀਤਾ, ਡੇਰਾ ਕੀਤਾ। ਕੁਝ ਸਮਾਂ ਟਿਕੇ, ਉਹਨਾਂ ਦੇ ਮਨ ਨੇ ਝੰਜੋੜਿਆ, ਕਹਿਣ ਲੱਗੇ ਵੀ ਨਿਕੰਮਿਓ, ਆਪਾਂ ਕੋਲ ਨਹੀਂ ਗਏ ਤੇ ਅੱਜ ਪਤਾ ਲੱਗਾ ਉਹਨਾਂ ਨੇ ਜਾਣਾ ਤੇ ਕਮ ਸੋ ਕਮ ਵਿਦਾ ਹੀ ਕਰ ਆਓ। ਅੱਗੇ ਤਾਂ ਆਪਾਂ ਨਹੀਂ ਗਏ, ਵਿਦਾ ਹੀ ਕਰ ਆਈਏ। ਕਹਿੰਦੇ ਕੌਣ ਜਾਵੇ? ਕਹਿਣ ਲੱਗੇ ਆਪਣਾ ਮੁਖੀਆ ਜਾਏਗਾ। ਚਲਾ ਗਿਆ ਤੇ ਗੁਰਦੇਵ ਕਹਿਣ ਲੱਗੇ ਮਿੱਤਰਾ ਤੂੰ ਪਹਿਲੇ ਦਿਨ ਆਇਆ ਸੀ, ਇੰਨੇ ਚ ਤੁਹਾਡੇ ਕੋਲ ਰਹੇ ਤੇ ਆਇਆ ਨਹੀਂ। ਸਦਕੇ ਜਾਵਾਂ ਗੁਰੂ ਦੇ ਤੇ ਸਦਕੇ ਜਾਵਾਂ ਉਹ ਸਿੱਖ ਦੇ। ਕਹਿਣ ਲੱਗਾ ਕੀ ਦੱਸਾਂ ਮਹਾਰਾਜ, ਮੈਂ ਚੋਰਾਂ ਤੇ ਮੈਨੂੰ ਪਤਾ ਵੀ ਤੂੰ ਚੋਰੀ ਤੋਂ ਰੋਕਣਾ, ਮੈਂ ਤਾਂ ਨਹੀਂ ਆਇਆ। ਮੈਂ ਚੋਰ ਹਾਂ। ਉਹਦੀ ਕਿੰਨੀ ਦਲੇਰੀ ਵੀ ਉਹਨੇ ਆਪਣੇ ਆਪ ਨੂੰ ਚੋਰ ਆਖਿਆ। ਆਪਾਂ ਨਹੀਂ ਜੇ ਪੈਰਾਂ ਤੇ ਪਾਣੀ ਪੈਣ ਦਿੰਦੇ। ਮੈਂ ਚੋਰ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਮਿੱਤਰਾ ਤੂੰ ਸਾਡੇ ਇਸ ਜਿਹੜੇ ਪਣ ਨੂੰ ਚੁੱਕਿਆ, ਅਸੀਂ ਤੈਨੂੰ ਚੁਕਾਉਣੀ ਨਹੀਂ। ਕਹਿਣ ਲੱਗਾ ਜੀ ਮੇਰੇ ਭਾਈਚਾਰੇ ਨੇ ਆਖਿਆ ਇਹਨਾਂ ਦਾ ਨਾ ਕਰੋ, ਮੇਰਾ ਮਾਨ ਰੱਖੋ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗਾ, ਮੈਂ ਚੋਰੀ ਨਹੀਂ ਜੇ ਛੱਡਣੀ। ਗੁਰਦੇਵ ਕਹਿੰਦੇ ਦੋ ਗੱਲਾਂ, ਨਾਲੇ ਕਹਿੰਦਾ ਵੀ ਤੁਹਾਡੀਆਂ ਮੰਨਾਂਗਾ ਤੇ ਨਾਲੇ ਚੋਰੀ ਨਹੀਂ ਛੱਡਣੀ। ਕਹਿਣ ਲੱਗਾ ਜੀ ਬਿਲਕੁਲ ਚੋਰੀ ਨਾ ਛਡਾਇਆ ਜੇ ਤੇ ਬਾਕੀ ਜੋ ਕਹਿਣਾ ਕਹਿ ਦਿੱਤੇ ਹੋ। ਉੱਥੇ ਲਿਖਿਆ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਕਿ ਚੰਗਾ ਗੁਰਮੁਖਾ ਤੈਨੂੰ ਖੁੱਲੀ ਛੁੱਟੀ, ਪਰ ਇੱਕ ਗੱਲ ਹੈ, ਸੱਤ ਭਖ ਨੂੰ ਪ੍ਰਥਮ ਜਾਨੋ, ਦੂਤੀਆ ਰੰਗ ਕੁਮਾਰ ਨੇ ਠਾਨੋ, ਤ੍ਰਿਤੀਆ ਨਮਕ ਖਾਓ ਜੈ ਕੇਰਾ, ਬੋਰਾ ਨਾ ਚਿਤਵੋ ਤੇ ਕਰ ਬੇਰਾ। ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਪਹਿਲੀ ਗੱਲ ਹੈ ਵੀ ਤੂੰ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਇੱਕ ਦੂਜਾ ਗਰੀਬ ਮਾਰ ਨਹੀਂ ਕਰਨੀ, ਤੇ ਤੀਜਾ ਜਿਹਦਾ ਲੂਣ ਖਾਵੇਂਗਾ ਨਾ ਹਰਾਮ ਨਹੀਂ ਕਰਨਾ, ਤੇ ਆਪਣਾ ਭਰਾਵਾ ਕੰਮ ਕਰੀ ਚੱਲ। ਗੁਰੂ ਪਾਤਸ਼ਾਹ ਨੂੰ ਵਿਦਾ ਕਰਕੇ ਇਹ ਤੁਸੀਂ ਭੂਮੀ ਚੋਰ ਦੀ ਸਾਖੀ ਪੜ੍ਹਨੀ, ਵਿਸਤਾਰ ਨਾਲ ਤੁਹਾਨੂੰ ਵੇਰਵਾ ਮਿਲ ਜਾਏਗਾ। ਕਹਿਣ ਲੱਗਾ ਵੀ ਐਵੇਂ ਮਾੜਾ ਘਰਾਂ ਨੂੰ ਲੁੱਟਦੇ, ਅੱਜ ਰਾਜੇ ਦਾ ਘਰ ਭੰਨਦੇ ਆ। ਜਦੋਂ ਲੰਘਣ ਲੱਗਾ ਤੇ ਉਹਨਾਂ ਮੁਲਾਜ਼ਮਾਂ ਨੇ ਪੁੱਛਿਆ ਵੀ ਤੂੰ ਕੌਣ? ਕਹਿੰਦਾ ਚੋਰ। ਵੇਖੋ ਸੱਚ ਦੀ ਤਾਕਤ ਕਿੰਨੀ ਹੈ। ਉਹ ਕਹਿੰਦੇ ਤੂੰ ਕੌਣ? ਕਹਿੰਦਾ ਚੋਰ। ਇੱਕ ਮੁਲਾਜ਼ਮ ਦੂਜੇ ਨੂੰ ਕਹਿਣ ਲੱਗਾ ਕਿਉਂ ਮਰਦਾ, ਰਾਜੇ ਦਾ ਰਿਸ਼ਤੇਦਾਰ ਨਾ ਹੋਵੇ? ਕਹਿਣ ਲੱਗੇ ਮਹਾਰਾਜ ਜਾ ਸਕਦੇ ਹੋ, ਅਸੀਂ ਆ ਡਿਊਟੀ ਕਰਕੇ ਤੁਹਾਨੂੰ ਬੇਨਤੀ ਕੀਤੀ, ਬੁਰਾ ਨਾ ਮੰਨਣਾ। ਚਲਾ ਗਿਆ। ਰਾਜਾ ਤੇ ਰਾਣੀ ਸੁੱਤੇ ਸਨ। ਕੀ ਕੀਤਾ? ਮਾਲ ਮੱਤਾ ਹਨੇਰੇ ਵਿੱਚ ਉਹਨੇ ਇਕੱਠਾ ਕਰ ਲਿਆ। ਭੁੱਖ ਲੱਗੀ ਸੀ, ਹੱਥ ਮਾਰਿਆ ਪਲੇਟ ਦੇ ਭਾਂਡਿਆਂ ਨੂੰ। ਕਹਿਣ ਲੱਗਾ ਵੇਖਾਂ ਤਾਂ ਸਹੀ ਕੀ ਹੈ। ਜਦੋਂ ਜਵਾਨ ਤੇ ਰੱਖਿਆ ਤੇ ਕਹਿਣ ਲੱਗਾ ਤੇਰਾ ਬੇੜਾ ਤਰਜੇ ਲੂਣ ਖਾ ਬੈਠੇ ਆ, ਇਹ ਤੂੰ ਚੰਗਾ ਨਹੀਂ ਕੀਤਾ। ਜਿਹੜਾ ਉਹ ਮਾਲ ਮੱਤਾ ਭਰਿਆ ਸੀ ਨਾ ਉਹ ਰੱਖਿਆ। ਇੱਕਦਮ ਥੋੜਾ ਜਿਹਾ ਅੱਗੇ ਹੋਇਆ ਤੇ ਰਾਜੇ ਦੀ ਰਾਣੀ ਜਿਹੜੀ ਪਈ ਸੀ, ਕੁਦਰਤੀ ਤੌਰ ਤੇ ਉਸ ਬੀਬੀ ਦੀਆਂ, ਜਿਵੇਂ ਆਪਾਂ ਸੁੱਤੇ ਹੁੰਨੇ ਤੇ ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਪੈਰ ਗਾਂਹ ਹੁੰਦੇ ਨੇ ਭੀ ਤੋਂ, ਨਾਲ ਪੈਰ ਅੜ ਗਿਆ। ਕਹਿਣ ਲੱਗਾ ਮੇਰੀ ਮਾਂ ਪਈ ਹੈ। ਚਲਾ ਗਿਆ, ਲੰਘ ਗਿਆ। ਰਾਜੇ ਨੇ ਚੋਰੀ ਦੇ ਸ਼ੱਕ ਵਿੱਚ
ਲੋਕਾਂ ਨੂੰ ਕਈ ਕੁੱਟਿਆ ਤੇ ਕਹਿਣ ਲੱਗਾ ਮੇਰੇ ਗੁਰੂ ਨੇ ਆਖਿਆ ਸੀ ਗਰੀਬ ਮਾਰਨਾ ਹੋਵੇ। ਚੋਰੀ ਮੈਂ ਕਰਨ ਗਿਆ, ਕੁੱਟ ਦੂਜਿਆਂ ਨੂੰ ਪੈਂਦੀ ਹੈ। ਰਾਜੇ ਕੋ ਜਾ ਕੇ ਪੇਸ਼ ਹੋਇਆ, ਕਹਿਣ ਲੱਗਾ ਰਾਜਾ ਬੁਰਾ ਮਨ ਭਾਵੇਂ ਭਲਾ ਮਨ, ਪਰ ਮੈਂ ਤੇਰਾ ਚੋਰ ਹੀ। ਇਹਨਾਂ ਨੂੰ ਕੁੱਟ ਮਾਰਨਾ ਕਰੀ, ਕਿਉਂਕਿ ਤੂੰ ਵੇਖਿਆ ਨਾ ਵੀ ਉੱਥੇ ਮਾਇਆ ਦੀਆਂ ਥੈਲੀਆਂ ਪਈਆਂ ਸਨ, ਮੈਂ ਚੁੱਕੀ ਨਹੀਂ। ਕਹਿਣ ਲੱਗਾ ਕਾਰਨ, ਕਹਿੰਦਾ ਮੇਰੇ ਗੁਰੂ ਨੇ ਆਖਿਆ ਸੀ ਵੀ ਨਿਮਕ ਖਾ ਕੇ ਆਰਾਮ ਨਹੀਂ ਕਰਨਾ। ਤੇ ਕਹਿਣ ਲੱਗਾ ਜੇ ਤੈਨੂੰ ਫਾਹੇ ਲਾ ਦਿਆਂ, ਤੂੰ ਆਪ ਕਹਿਣਾ ਮੈਂ ਚੋਰ। ਕਹਿੰਦਾ ਮੇਰੇ ਗੁਰੂ ਨੇ ਆਖਿਆ ਝੂਠ ਨਹੀਂ ਬੋਲਣਾ, ਤੇ ਤੂੰ ਝੂਠ ਨਹੀਂ ਬੋਲਣਾ ਤੇ ਪੇਸ਼ ਹੋਇਆ ਮੈਂ ਤੈਨੂੰ ਮਾਰ ਦਿਆਂਗਾ। ਤੇਰੀ ਕੀ ਹਮਦਰਦੀ? ਕਹਿਣ ਲੱਗਾ ਗਰੀਬ ਮਾਰ ਹੁੰਦੀ ਸੀ ਮੇਰੇ ਨਾਲ, ਉਥੇ ਜਨਮ ਸਾਖੀ ਦੇ ਕਰਤੇ ਨੇ ਲਿਖਿਆ ਵੀ ਰਾਜਾ ਕਹਿਣ ਲੱਗਾ ਮੇਰੇ ਘਰ ਔਲਾਦ ਨਹੀਂ, ਇਹੋ ਜਿਹਾ ਨੇਕ ਬੱਚਾ ਪਤਾ ਨਹੀਂ ਮੇਰੇ ਘਰ ਹੋਵੇ ਜਾਂ ਨਾ ਹੋਵੇ। ਉਹਨੇ ਉਸ ਭੂਮੀ ਚੋਰ ਨੂੰ ਆਪਣੇ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਆਪਾਂ ਸੱਚ ਬੋਲਾਂਗੇ ਨਾ, ਦੁਨੀਆ ਭਾਵੇਂ ਸਾਡਾ ਸਾਥ ਛੱਡ ਦੇ, ਗੁਰਮੁਖੋ ਵਾਹਿਗੁਰੂ ਸਾਥ ਨਹੀਂ ਦੇ ਛੱਡਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਮੇਰੇ ਮਨਾ, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਉਹਦੇ ਨਾਲ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸ਼ਬਦਾ ਜਗ ਭੁੱਲਦਾ ਫਿਰਦਾ। ਔਰ ਗੁਰੂ ਦੇ ਉਪਦੇਸ਼ ਤੋਂ ਬਿਨਾ ਜਿਹੜੀ ਇਹ ਦੁਨੀਆ ਭੁੱਲੀ ਫਿਰਦੀ ਹੈ, ਭਟਕਦੀ ਫਿਰਦੀ ਹੈ। ਦਰਗਹ ਮਿਲੈ ਸਜਾਈ। ਪਰ ਗੱਲ ਯਾਦ ਰੱਖੀ, ਉਸ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ, ਦਰਗੇ ਦਾ ਭਾਵ ਕੋਰਟ ਕਚਹਿਰੀ, ਜਿਹੜੀ ਵਾਹਿਗੁਰੂ ਦੀ ਕਚਹਿਰੀ ਹੈ ਨਾ, ਉਹਦੇ ਵਿੱਚ ਤਿਲ ਤਿਲ ਤੈਨੂੰ ਸਜ਼ਾ ਮਿਲੇਗੀ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ 'ਚ ਪੰਕਤੀ ਆਉਂਦੀ ਹੈ, ਰਤਿਓਂ ਮਾਸਾ ਤੋਲ ਕਢਾਵਣਿਆ। ਰਤਿਓਂ ਮਾਸਾ ਤੋਲ ਕਢਾਵਣਿਆ। ਉੱਥੇ ਰੱਤੀ ਰੱਤੀ ਤੇ ਮਾਸੇ ਮਾਸੇ ਦਾ ਹਿਸਾਬ ਹੋਗਾ, ਉੱਥੇ ਹੇਰਾ ਫੇਰੀ ਨਹੀਂ ਚੱਲਣੀ। ਇਸ ਕਰਕੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੁਨੀਆ ਭੁੱਲੀ ਫਿਰਦੀ ਹੈ। ਪਰ ਯਾਦ ਰੱਖੀ ਵਾਹਿਗੁਰੂ ਦੀ ਕਚਹਿਰੀ ਵਿੱਚ ਤੈਨੂੰ ਸਜ਼ਾ ਭੋਗਣੀ ਪਏਗੀ। ਰਹਾਉ ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸਹਾ। ਥੋੜਾ ਜਿਹਾ ਸਚੇਤ ਰਿਹਾ ਕਰ, ਚੋਰ ਤਾਂ ਘਰ ਵਿੱਚ ਇੱਕ ਵੀ ਆ ਜਾਏ ਤੇ ਕੱਖ ਨਹੀਂ ਛੱਡਦਾ। ਤੇਰੀ ਦੇਹ 'ਚ ਤਾਂ ਪੰਜ ਚੋਰ ਨੇ। ਜਦੋਂ ਪੰਚਾਂ ਚੋਰਾਂ ਦੀ ਮੈਂ ਗੱਲ ਕਰਦਾ ਤੇ ਮੇਰੇ ਇੱਕਦਮ ਬਾਬਾ ਭਗਤ ਰਵਿਦਾਸ ਜੀ ਦਾ ਸ਼ਬਦ ਚੇਤੇ ਆ ਜਾਂਦਾ। ਉਹ ਕਹਿੰਦੇ ਬੰਦਿਆ ਥੋੜਾ ਜਿਹਾ ਅੱਖਾਂ ਖੋਲ ਕੇ ਤੁਰਿਆ ਕਰ, ਸਾਵਧਾਨ ਹੋ ਕੇ ਤੁਰਿਆ ਕਰ। ਤੇ ਜਗਿਆਸੂ ਨੇ ਬੇਨਤੀ ਕੀਤੀ ਭਗਤ ਜੀ ਕਿਉਂ? ਭਗਤ ਰਵਿਦਾਸ ਜੀ ਕਹਿੰਦੇ ਵੀ ਮੈਂ ਤੈਨੂੰ ਬੇਨਤੀ ਕਰਾਂਗੇ ਵੀ ਪੰਜ ਵੱਖ-ਵੱਖ ਜਾਨਵਰ ਨੇ, ਉਹਨਾਂ 'ਚ ਇੱਕ ਔਗਣ ਹੈ ਤੇ ਮਾਰੇ ਗਏ ਇੱਕ ਔਗਣ ਕਰਕੇ ਤੇਰੇ ਇਕੱਲੇ 'ਚ ਪੰਜ ਨੇ, ਤੂੰ ਕਿਵੇਂ ਬਚੇਗਾ? ਔਗਣ ਤਾਂ ਇੱਕ ਨਹੀਂ ਚੰਗਾ ਹੁੰਦਾ। ਉਹਨਾਂ ਦਾ ਸ਼ਬਦ ਬਾਬਾ ਰਵਿਦਾਸ ਦਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ, ਪੰਜ ਦੋਖ ਅਸਾਧ ਜਾਮੇ ਤਾਂ ਕੀ ਕੇਤਕਾਸ। ਮੱਛੀ ਨੂੰ ਖਾਣ ਦਾ ਚਸਕਾ ਹੈ। ਸ਼ਿਕਾਰੀ ਨੇ ਕੁੰਡੀ ਲਾਈ ਤੇ ਕੁੰਡੀ ਦੇ ਨਾਲ ਨਿੱਕੀ ਜੀ ਆਟੇ ਦੀ ਗੋਲੀ ਖਾਣ ਆਈ ਤੇ ਮੱਛੀ ਮਾਰੀ ਗਈ। ਜਿਹੜਾ ਹਿਰਨ ਹੈ ਇਹਨੂੰ ਸੁਣਨ ਦਾ ਚਸਕਾ ਹੈ ਤੇ ਘੜੇ ਨੂੰ ਮੜ ਕੇ ਤੇ ਵਿੱਚ ਮੋਰ ਦਾ ਖੰਭ ਟੰਗ ਦਿੰਦੇ ਨੇ, ਤੇ ਜਦੋਂ ਉਹਦੇ ਚੋਂ ਆਵਾਜ਼ ਨਿਕਲਦੀ ਤੇ ਹਿਰਨ ਉੱਥੇ ਆਣ ਕੇ ਆਪਣੀ ਬੂਥੀ ਰੱਖ ਦਿੰਦਾ ਤੇ ਮੁੜ ਕੇ ਗੁਲਾਮ ਹੋ ਜਾਂਦਾ। ਭਾਈ ਗੁਰਦਾਸ ਨੇ ਘੰਡਾ ਜਿਹੜਾ ਸ਼ਬਦ ਆਪਣੀ ਰਚਨਾ ਵਿੱਚ ਬਹੁਤ ਵੇਰਾ ਵਰਤਿਆ, ਉਹਨੂੰ ਕਹਿੰਦੇ ਘੰਡਾ ਜਿਹੜਾ। ਜਿਹੜਾ ਪਤੰਗਾ ਹੈ ਇਹਨੂੰ ਵੇਖਣ ਦਾ ਚਸਕਾ ਹੈ, ਪਰ ਜਦੋਂ ਮੈਂ ਪੰਕਤੀ ਵਿਚਾਰਦਾ ਇੱਥੇ ਬੰਦਾ ਬਹੁਤ ਡਾਊਨ ਹੋ ਜਾਂਦਾ ਹੈ। ਪਤੰਗਾ ਦੀਵੇ ਦੀ ਲਾੜ ਤੇ ਆ ਕੇ ਤਾਂ ਕੁਰਬਾਨ ਹੁੰਦਾ, ਪਰ ਪਤੰਗਾ ਦੀਵੇ ਦੀ ਫੋਟੋ ਤੇ ਨਹੀਂ ਆਉਂਦਾ। ਆਪਣੇ ਵਿੱਚ ਸਾਰੇ ਔਗਣ ਆ ਗਏ। ਆ ਮੋਬਾਈਲ ਆ ਗਿਆ, ਔਂਤਰਾ ਛੇਵਾਂ ਗ੍ਰਹਿ ਸਾਡੇ ਤੇ। ਘਰ ਵਿੱਚ ਪ੍ਰਾਹੁਣੇ ਆਏ ਤੇ ਪ੍ਰਾਹੁਣਾ ਵੀ ਉਹ ਮੋਬਾਈਲ ਵੇਖੀ ਜਾਂਦਾ ਤੇ ਘਰ ਵਾਲਾ ਵੇਖੀ ਜਾਂਦਾ, ਗੱਲਬਾਤ ਕੋਈ ਵੀ ਨਹੀਂ। ਤੇ ਕੰਨਾਂ ਦੇ ਨਾਲ ਟੂਟੀ ਲਾਈ। ਮੈਂ ਕਿਹਾ ਹਿਰਨ ਦਾ ਇਹ ਘੰਡਾ ਹੜਾ ਹੀ ਲਾਇਆ ਇਹਨੇ। ਕੰਨਾਂ ਨਾਲ ਟੂਟੀ ਲਾਈਏ ਤੇ ਅੱਖਾਂ ਉਹਦੇ ਵਾਲੇ ਪਾਸੇ ਨੇ। ਉਹ ਮਿੱਤਰਾ ਬਾਬਾ ਰਵਿਦਾਸ ਕਹਿੰਦੇ ਵੀ ਇੱਕ ਔਗਣ ਨਾਲ ਮਾਰੇ ਗਏ ਤੇ ਤੇਰੇ ਕੋਲ ਦੋ ਤਾਂ ਹੈ ਨਾ, ਵੀ ਫੋਟੋਆਂ ਵੇਖਣਾ ਤੇ ਕੰਨਾਂ ਨਾਲ ਸੁਣਦਾ। ਪਰ ਪਤੰਗਾ ਦੀਵੇ ਦੀ ਫੋਟੋ ਤੇ ਨਹੀਂ ਆਉਂਦਾ। ਅਸਲੀ ਨਕਲੀ ਫੋਟੋਆਂ ਨੂੰ ਵੇਖ ਕਰਕੇ ਮੋਟਰਸਾਈਕਲ ਤੇ ਜਾ ਰਹੇ ਤੇ ਮਣਕਾ ਟੁੱਟ ਜਾਂਦਾ ਤੇ ਜਾਨ ਗਵਾ ਬੈਠੇ ਆ।
ਮੱਛੀ ਵਿੱਚ ਖਾਣ ਦਾ ਚਸਕਾ, ਪਤੰਗੇ ਨੂੰ ਵੇਖਣ ਦਾ ਚਸਕਾ, ਹਿਰਨ ਨੂੰ ਸੁਣਨ ਦਾ ਚਸਕਾ ਤੇ ਭੌਰੇ ਨੂੰ ਸੁੰਘਣ ਦਾ ਚਸਕਾ। ਇੱਕ ਇੱਕ ਐਬ ਕਰਕੇ ਮਾਰੇਗਾ, ਤੂੰ ਕਿਵੇਂ ਬਚੇਗਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਿੱਤਰਾ ਤੇਰੇ ਅੰਦਰ ਪੰਜ ਚੋਰ ਨੇ। ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ, ਸਮਝਾਓ ਕਿਰਪਾ ਕਰਕੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਉਹ ਪੰਜ ਚੋਰ ਕਿਹੜੇ ਨੇ? ਕਾਮ ਕਾਮਨਾ, ਕ੍ਰੋਧ ਗੁੱਸਾ ਔਰ ਲਾਲਚ, ਮੋਹ ਤੇ ਹੰਕਾਰ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਲੋਭੀ ਬੰਦਾ ਜਿਹੜਾ ਹੜਕੇ ਕੁੱਤੇ ਵਰਗਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ, ਨਚ ਬਾਂਧ ਪਿਤਾ ਨਚ ਮਾਤ ਪਿਤਾ ਤਵ ਲੱਜਿਆ। ਅਕਰਨ ਕ੍ਰੋਧ ਅਖਿਆਦ ਖਾਦੰ, ਅਸਾਜੰ ਸਾਧ ਸਮਝਿਆ। ਲੋਭੀ ਕਿਸੇ ਦਾ ਮਿੱਤਰ ਨਹੀਂ। ਅੰਮ੍ਰਿਤ ਲੁਟਹਿ ਮਨ ਮੁਖ ਨਹੀਂ ਬੂਝਹਿ। ਉਹ ਮਿੱਤਰਾ ਨਾਮ ਤਨ ਤੇਰੇ ਅੰਦਰੋਂ ਤੇਰੇ ਸਵਾਸ ਤੁਰੇ ਜਾਂਦੇ ਨੇ, ਤੂੰ ਲੁੱਟੀ ਦਾ ਜਾ ਰਿਹਾ ਹੈ, ਪਰ ਮਨ ਦੇ ਮਗਰ ਲੱਗਣ ਕਰਕੇ ਤੂੰ ਇਹਨੂੰ ਬੁੱਝਦਾ ਨਹੀਂ, ਸਮਝਦਾ ਨਹੀਂ। ਕੋਏ ਨਾ ਸੁਣੈ ਪੁਕਾਰਾ। ਜਦੋਂ ਮਰ ਲੱਗੋ ਉਦੋਂ ਆਏ ਆਏ ਕਵੇਂਗਾ ਕਾਕਾ ਮੈਂ ਮਰ ਗਿਆ, ਤੇਰੀ ਪੁਕਾਰ ਕਿਸੇ ਨੇ ਸੁਣਨੀ ਨਹੀਂ। ਹੋ ਜਦੋਂ ਅੰਤਮ ਸਮਾਂ ਆਇਆ ਨਾ, ਕੜਲਾਂ ਪਹਿਣਗੀਆਂ, ਉਦੋਂ ਤੇਰੀ ਪੁਕਾਰ ਕਿਸੇ ਸੁਣਨੀ ਨਹੀਂ। ਅੰਧਾ ਜਗਤ ਅੰਧ ਵਰਤਾਰਾ। ਇਹ ਮਨ ਤੇ ਬੁੱਧੀ ਦੀਆਂ ਦੋ ਨੇਤਰਾਂ ਤੋਂ ਬਿਨਾਂ ਇਹ ਸੰਸਾਰ ਅੰਨਾ ਹੈ। ਇਸ ਕਰਕੇ ਅਵਿਦਿਆ ਦੀ ਨੀਂਦ ਵਿੱਚ ਤੁਰਿਆ ਫਿਰਦਾ ਹੈ। ਬਾਜ ਗੁਰੂ ਗੁਬਾਰਾ। ਗੁਰਮੁਖਾ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ। ਜਿਹੜਾ ਗੁਰੂ ਉਹ ਚਾਨਣ ਹੈ। ਤੇ ਚੰਨ ਆਪਾਂ ਪੜ੍ਹਦੇ ਹਾਂ ਗੁਰਬਾਣੀ, ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾਏ। ਜਿਹੜੀ ਗੁਰੂ ਕੀ ਬਾਣੀ ਗੁਰਮੁਖਾ ਇਹ ਚਾਨਣ ਹੈ, ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਹਿਰਦੇ ਵਿੱਚ ਵਸਦੀ ਹੈ। ਹਉ ਮੈਂ ਮੇਰਾ ਕਰ ਕਰ ਵਿਗੁੱਤੇ। ਗੁੱਤੇ ਦਾ ਪਾਪ ਖਰਾਬ ਹੋਣਾ, ਲੁੱਟੇਗਾ। ਇਹ ਮੇਰਾ ਪੁੱਤ, ਇਹ ਮੇਰੀ ਧੀ, ਇਹ ਮੇਰਾ ਦੋਤਾ। ਪਰ ਯਾਦ ਰੱਖੀ ਪੋਤੇ ਵਾਲਿਆ, ਜਿੱਦਣ ਤੇਰੀ ਮੌਤ ਹੋਈ ਤੇਰੇ ਪੋਤੇ ਨੇ ਤੇਰੇ ਉੱਪਰੋਂ ਮਖਾਣੇ ਤੇ ਗਿਰੀਆਂ ਸੁੱਟਣੀਆਂ ਹੀ ਵੀ ਬਾਪੂ ਦਾ ਮੰਜਾ ਵਿਹਲਾ ਹੋ ਗਿਆ। ਰਿਵਾਜ ਹੈ ਨਾ ਮਖਾਣੇ ਸੁੱਟਣ ਦਾ। ਮੈਨੂੰ ਕਹਿੰਦੇ ਗਿਆਨੀ ਜੀ ਕਹੋ, ਮੈਂ ਕਿਹਾ ਖੁਸ਼ੀ ਮਨਾਈ ਜਾ ਰਹੀ ਵੀ ਬਾਪੂ ਜੀ ਤੁਰ ਗਏ, ਮੰਜਾ ਵਿਹਲਾ ਹੋ ਗਿਆ। ਇਸ ਕਰਕੇ ਇਹਨਾਂ ਦੇ ਮਗਰ ਨਾ ਲੱਗ। ਇਹ ਗੁਰੂ ਤੋਂ ਬਿਨਾਂ ਹਨੇਰਾ ਹਨੇਰਾ ਹੈ। ਪਰ ਕਹਿੰਦਾ ਜੀ ਮੇਰੇ ਇੰਨੇ ਪੁੱਤਰ ਨੇ, ਮੇਰੇ ਕਾਕੇ ਬੜੇ ਆਗਿਆਕਾਰ ਨੇ। ਯਾਦ ਰੱਖ ਮੇਰੀ ਮੇਰੀ ਕਹਿਰੋਂ ਕਰਤੇ 100 ਭਰਾ ਸਨ, 100 ਭਰਾ। ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਦ ਨਾ ਖਾਈ। ਆਪਾਂ ਤਾਂ ਕਹਿੰਦੇ ਮੇਰੀ ਕੋਠੀ ਬੜੀ ਵੱਡੀ, ਕਿਤੇ ਗਿਆਨੀ ਜੀ ਗੇੜਾ ਮਾਰਿਆ ਜੇ। ਰਾਵਣ ਦਾ ਸੋਨੇ ਦਾ ਮਕਾਨ ਸੀ, ਲੰਕਾ ਗੜ ਸੋਨੇ ਕਾ ਭਇਆ। ਮੂਰਖ ਰਾਵਣ ਕਿਆ ਲੈ ਗਿਆ। ਕਿਹੋ ਚਲੈ ਨਾ ਚਲਦਿਆ ਨਾਲ। ਯਾਦ ਰੱਖੀ ਇਹ ਪਦਾਰਥ, ਇਹ ਪੈਸਾ, ਇਹ ਧੀਆਂ, ਇਹ ਪੁੱਤਰ ਨਾਲ ਨਹੀਂ ਜਾਣੇ। ਉਹ ਬੀਬੀ ਜਦੋਂ ਆਨੰਦ ਕਾਰਜ ਹੁੰਦਾ ਨਾ, ਤੇ ਰਾਗੀ ਸਿੰਘ ਕਹਿੰਦੇ ਨੇ ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਬੀਬੀ ਮਗਰ ਮਗਰ ਤੁਰੀ ਜਾਂਦੀ ਤੇ ਜੇ ਗ੍ਰੰਥੀ ਸਿੰਘ ਕਹਿੰਦਾ ਬੀਬੀ ਜੀ ਥੋੜਾ ਜਿਹਾ ਹੌਲੀ ਪੈਰ ਪੁੱਟੋ। ਪਰ ਜਿੱਦਣ ਮੌਤ ਹੋਈ ਨਾ, ਉਸ ਦਿਨ ਘਰ ਵਾਲੀ ਨੇ ਮੜੀਆਂ ਤੱਕ ਨਾਲ ਨਹੀਂ ਜਾਣਾ। ਮੈਂ ਚੁਟਕਲੇ ਨਹੀਂ ਬੁਲਾ ਰਿਹਾ ਤੇ ਮੇਰੇ ਨਾਲ ਨਾਰਾਜ਼ਗੀ ਨਾ। ਬਾਬੇ ਦੀ ਬਾਣੀ ਕਹਿੰਦੀ ਘਰ ਕੀ ਨਾਰ ਬਹੁਤ ਹਿਤ ਜਾਨ ਸਿਉ, ਸਦਾ ਰਹਿਤ ਸੰਗ ਲਾਗੀ। ਜਾ ਵੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਮਰ ਗਏ ਨਾ, ਤੇ ਮਰੇ ਨੂੰ ਹੋ ਗਏ 13 ਸਾਲ। ਜਿਹਦੇ ਨਾਲ 40 ਸਾਲ ਕੱਟੇ, ਕਿਤੇ ਖਿਆਲ ਸੁਪਨਾ ਆ ਹੀ ਜਾਂਦਾ ਨਾ। ਬੀਬੀ ਨੂੰ ਆ ਗਿਆ ਸੁਪਨਾ, ਤੇ ਬੀਬੀ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਬਾਬੇ ਮਰ ਜਾਣ। ਉਹ ਕਹਿੰਦਾ ਬੇਬੇ ਕੀ ਆਖਿਆ ਏ? ਕਹਿੰਦੀ ਮੈਨੂੰ ਜਾਪਦਾ ਬਾਬਿਆਂ ਨੇ ਪੂਰਾ ਪਾਠ ਨਹੀਂ ਕੀਤਾ, ਤੇਰਾ ਪਿਓ ਮੈਨੂੰ ਬੁਖਾਰੀ ਦੇ ਗਿਆ। ਜਿਹਦੇ ਨਾਲ 40 ਸਾਲ ਕੱਟੇ ਉਹਨੂੰ ਸੁਪਨੇ 'ਚ ਵੇਖਣਾ ਨਹੀਂ ਚਾਹੁੰਦੇ। ਇਹ ਬਾਬੇ ਦੀ ਬਾਣੀ ਨੇ ਸਾਨੂੰ ਸਟੇਤ ਕੀਤਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ। ਜਿਹੜੀਆਂ ਤੇਰੀਆਂ ਐਫਡੀਆਂ ਪਈਆਂ ਨੇ ਅਲਮਾਰੀ 'ਚ ਪਈਆਂ ਰਹਿਣਗੀਆਂ ਐਫਡੀਆਂ। ਘਰ ਵਾਲੀ ਦਰਵਾਜ਼ੇ ਤੱਕ ਗਏ,
ਤੇ ਪੁੱਤਰ ਨੇ ਲਾਂਬੂ ਲਾ ਕੇ ਗੇੜਾ ਕੱਢਿਆ ਤੇ ਜਿੱਦਣ ਭੋਗ ਪਿਆਰਾਂ ਤੇ ਕਹਿੰਦੇ ਅੱਜ ਜਲੇਬ ਨਾ ਕੱਢ ਲਈਏ, ਉਹ ਦਿਨ ਜਲੇਬ ਕੱਢਣਗੇ। ਇਸ ਕਰਕੇ ਨਾਲ ਕੀ ਜਾਏਗਾ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ। ਗੁਰਮੁਖ ਹੋਵੈ ਸੋ ਨਾਮ ਧਿਆਵੈ। ਹਾਂ, ਜਿਹਦਾ ਮੂੰਹ ਗੁਰੂ ਵਾਲੇ ਪਾਸੇ ਵਰ, ਤੇ ਗੁਰੂ ਨੇ ਆਖਿਆ ਵੀ ਮਿੱਤਰਾ ਮੌਤ ਨੂੰ ਚੇਤੇ ਰੱਖ, ਉਹ ਨਾਮ ਨਾਲ ਜੁੜਦੇ ਹਨ। ਸਦਾ ਹਰ ਨਾਮ ਸਮਾਲ। ਬਾਕੀ ਕੋਈ ਟਾਈਮ ਮਾੜਾ ਨਹੀਂ, ਉਹਨੂੰ ਦਿਨੇ ਚੇਤੇ ਕਰ, ਉਹਨੂੰ ਦੁਪਹਿਰੇ ਚੇਤੇ ਕਰ, ਉਹਨੂੰ ਰਾਤ ਨੂੰ ਚੇਤੇ ਕਰ। ਇਹ ਸੰਭਾਲ ਕੇ ਕੰਮ ਕਰ। ਆ ਸਾਂਗਣਾ ਪਿੰਡ, ਇੱਥੇ ਮੈਂ ਇੱਕ ਬਜ਼ੁਰਗ ਦੇ ਦਰਸ਼ਨ ਕੀਤੇ ਕੋਈ 30 ਸਾਲ ਪਹਿਲਾਂ। ਉਹਨਾਂ ਦੀ ਅਵਸਥਾ ਸੀ ਵੀ ਜਦੋਂ ਰਾਤ ਨੂੰ ਕਿਤੇ ਉਹਨਾਂ ਨੂੰ ਜਾਗ ਆ ਜਾਂਦੀ ਨਾ, ਤੇ ਉਹ ਇੱਕ ਮਾਲਾ ਮੂਲ ਮੰਤਰ ਦੀ ਕਰਦੇ ਸਨ। ਬਜ਼ੁਰਗ ਸਨ ਤੇ ਮੈਂ ਉਹਨਾਂ ਨੂੰ, ਉਹਨਾਂ ਦੇ ਗੋਡੀਆਂ ਹੱਥ ਲਾਇਆ, ਨਮਸਕਾਰ ਕੀਤੀ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਮੈਂ ਕਿਹਾ ਬਾਪੂ ਜੀ ਤੁਸੀਂ ਕਿਉਂ ਕਰਦੇ? ਕਹਿੰਦੇ ਪੁੱਤਰਾ ਮੈਂ ਇਹ ਤਾਂ ਕਰਦਾ ਵੀ ਮੇਰੀ ਜਿਹੜੀ ਸੁਧਾ ਹੈ ਨਾ, ਇਹ ਵਾਹਿਗੁਰੂ ਵਾਲੇ ਪਾਸੇ ਚਲੀ ਜਾਏ, ਕਿਉਂਕਿ ਜੇ ਮੈਂ ਮੂਲ ਮੰਤਰ ਦਾ ਇੰਨਾ ਅਭਿਆਸ ਕਰਾਂਗਾ ਤੇ ਸੌਣ ਤੋਂ ਬਾਅਦ ਕੀ ਪਤਾ ਕਿ ਸਵੇਰੇ ਉੱਠਣਾ ਕਿ ਨਹੀਂ ਉੱਠਣਾ। ਸਾਂਗਣੇ ਪਿੰਡ ਦੇ ਬਜ਼ੁਰਗ ਸਨ, ਮੈਨੂੰ ਨਾਂ ਨਹੀਂ ਆਉਂਦਾ। ਇਸ ਕਰਕੇ ਗੁਰਮੁਖੋ ਜਦੋਂ ਵੀ ਮੌਕਾ ਮਿਲੇ ਨਾ, ਜਿਹੜਾ ਆਪਾਂ ਘੜੀ ਮੂੜੀ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ, ਦਰ ਅਸਲ ਇਹ ਸਾਡੀ ਡਾਇਰੈਕਸ਼ਨ ਹੈ ਪਰਮਾਤਮਾ ਵਾਲੇ ਪਾਸੇ, ਵੀ ਸਾਡੀ ਉਡਾਰੀ ਉਸ ਪਾਸੇ ਨੂੰ ਹੋਵੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਨਾ ਵੇਖ ਵੀ ਹੁਣ ਸੁਬਾਹ ਦਾ ਟਾਈਮ ਹੈ, ਇਹ ਰਾਤ ਦਾ ਟਾਈਮ ਹੈ, ਜਦੋਂ ਵੀ ਤੈਨੂੰ ਮੌਕਾ ਮਿਲਦਾ ਨਾ ਉਸ ਪਰਮਾਤਮਾ ਨੂੰ ਸਦੀਵੀ ਤੌਰ ਤੇ ਚੇਤੇ ਕਰ। ਸੱਚੀ ਬਾਣੀ ਹਰ ਗੁਣ ਗਾਵਾ। ਜਿਹੜੀ ਭਾਈ ਇਹ ਸੱਚੀ ਬਾਣੀ ਹੈ, ਇਹਦੀ ਪਛਾਣ ਕੀ ਹੈ? ਕਿਉਂਕਿ ਜਿੰਨੇ ਧਰਮ ਗ੍ਰੰਥ ਨੇ ਕਿਹੜੇ, ਜਿਨ੍ਹਾਂ ਆ ਨਕਲੀ ਨਿਰੰਕਾਰੀਆਂ ਬਣਾਈ ਅਵਤਾਰ ਬਾਣੀ, ਕਿਸੇ ਕਵੀ ਕੋ ਪੈਸੇ ਦੇ ਕੇ ਤੇ ਲਿਖਾ ਲਈ ਤੇ ਕਹਿੰਦੇ ਸਾਡੇ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ। ਇਹ ਨਹੀਂ, ਜਿਹੜੀ ਸੱਚੀ ਬਾਣੀ ਹੈ ਨਾ, ਇਹ ਕੇਵਲ ਤੇ ਕੇਵਲ ਹਰੀ ਦੀ ਗੱਲ ਕਰਦੀ ਹੈ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਨਹੀਂ ਲੱਭ ਸਕਦੇ, ਗੁਰੂ ਪਰਿਵਾਰ ਦੇ ਮੈਂਬਰ ਦਾ ਨਾਮ ਨਹੀਂ ਲੱਭ ਸਕਦੇ। ਗਿਆਨੀ ਤੁਸੀਂ ਗਲਤੀ ਕਰ ਗਏ ਹੋ, ਅਸਾਂ ਤਾਂ ਬਾਣੀ ਦੇ ਵਿੱਚ ਮਾਤਾ ਖੀਵੀ ਦਾ ਨਾਮ ਲੈ ਪੜਿਆ, ਅਸੀਂ ਤਾਂ ਬਾਬੇ ਮੋਹਰੀ ਦਾ ਨਾਮ ਪੜਿਆ, ਪਰ ਉਹਨਾਂ ਦਾ ਨਾਮ ਮੋਹਣ ਦਾ ਨਹੀਂ ਆਇਆ। ਮੋਹਰੀ ਦਾ ਕਿਉਂ ਆਇਆ? ਕਿਉਂਕਿ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜਿਉ। ਜਿਹੜੇ ਸਨਮੁਖ ਨੇ, ਭਾਵੇਂ ਉਹ ਬਾਬਾ ਰਵਿਦਾਸ ਜੀ ਨੇ ਤੇ ਭਾਵੇਂ ਜੈ ਦੇਵ ਨੇ, ਉਹਨਾਂ ਦਾ ਨਾਂ ਹੈ। ਜਿਹੜੇ ਮਨਮੁਖ ਉਹਨਾਂ ਦਾ ਨਹੀਂ। ਇਸ ਕਰਕੇ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਿਹੜੀ ਸੱਚੀ ਬਾਣੀ ਹੈ ਨਾ, ਇਹਦੇ ਵਿੱਚ ਕੇਵਲ ਤੇ ਕੇਵਲ ਹਰੀ ਦੇ ਗੁਣ ਹਨ। ਨਦਰੀ ਨਦਰ ਨਿਹਾਲ। ਤੇ ਜੇ ਗੁਰਮੁਖਾ ਕਿਤੇ ਤੇਰੇ ਤੇ ਗੁਰੂ ਦੀ ਹੋ ਗਈ ਨਿਗਾਹ, ਤੇਰੇ ਦੁੱਖ ਕੱਟੇ ਜਾਣਗੇ। ਨਿਹਾਲ ਤੋਂ ਭਾਵ ਦੁੱਖਾਂ ਤੋਂ ਰਹਿਤ ਹੋਣਾ। ਸਤਿਗੁਰ ਗਿਆਨ ਸਦਾ ਘਟ ਚਾਨਣ। ਜਿਹੜਾ ਸੱਚੇ ਗੁਰੂ ਦਾ ਗਿਆਨ ਗੁਰਮੁਖਾ ਸਦੀਵੀ ਤੌਰ ਤੇ ਹਿਰਦੇ ਦੇ ਅੰਦਰ ਚਾਨਣ ਕਰਦਾ ਹੈ। ਇਹ ਨੂਰ, ਇਹ ਪ੍ਰਕਾਸ਼ ਰੂਪ ਹੈ। ਅਮਰ ਸਿਰ ਬਾਦਸ਼ਾਹ। ਅਮਰ ਦਾ ਭਾਵ ਹੁੰਦਾ ਹੁਕਮ। ਅਮਰ ਦੇ ਕਈ ਅਰਥ ਨੇ। ਅਮਰ ਦਾ ਭਾਵ ਇਹ ਅਰਥ ਦੇ ਮਰਨ ਤੋਂ ਰਹਿਤ। ਅਮਰ ਦਾ ਭਾਵ ਹੈ ਇੱਥੇ ਜਿਹੜਾ ਪਰਮੇਸ਼ਰ ਹੈ ਨਾ, ਉਹਦਾ ਬਾਦਸ਼ਾਹ ਤੇ ਵੀ ਹੁਕਮ ਚੱਲਦਾ ਹੈ। ਸਾਡੇ ਰਾਜੇ, ਸਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਡੇ ਤੇ ਆਡਰ ਤਾਂ ਕਰ ਸਕਦੇ ਨੇ ਨਾ, ਪਰ ਜਿਹੜਾ ਉਹ ਪਰਮਾਤਮਾ ਨਾ, ਉਹਦਾ ਉਹਨਾਂ ਦੀ ਵੀ ਹੁਕਮ ਹੈ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਨਾ ਭਾਈ, ਉਹਦਾ ਬਾਦਸ਼ਾਹ ਤੇ ਵੀ ਹੁਕਮ ਚੱਲਦਾ, ਸਾਰੇ ਉਹਦੇ ਹੁਕਮ ਦੇ ਵਿੱਚ ਹਨ। ਅਨ ਦਿਨ ਭਗਤ ਕਰਹਿ ਦਿਨ ਰਾਤੀ। ਜਿਹੜੇ ਗੁਰਮੁਖ ਜਾਣਿਓ ਦਿਨੇ ਰਾਤ ਭੈ ਦੀ ਗਤੀ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਹਨ। ਰਾਮ ਨਾਮ ਸਚ ਲਾਹਾ। ਗੁਰਮੁਖਾ ਤੂੰ ਵੀ ਇਹ ਲਾਭ ਖਟਣਾ ਕਰ। ਲਾਹਾ ਦਾ ਭਾਵ ਹੈ ਲਾਭ, ਫਾਇਦਾ। ਪਰਮਾਤਮਾ ਦਾ ਨਾਮ ਜਪ ਕੇ ਇਹ ਫਾਇਦੇ ਵਾਲਾ ਸੌਦਾ ਜਿਹੜਾ ਇਹ ਇਕੱਠਾ ਕਰ। ਨਾਨਕ ਰਾਮ ਨਾਮ ਨਿਸਤਾਰਾ। ਪਰਮਾਤਮਾ ਦੇ ਨਾਮ ਨੇ ਤੈਨੂੰ ਸੰਸਾਰ ਪਰਪੰਚ ਤੋਂ ਗੁਰਮੁਖ ਪਿਆਰਿਆ ਬੰਨੇ ਕਰਨਾ ਹੈ। ਨਿਸਤਾਰਾ ਦਾ ਭਾਵ ਹੈ ਸੰਸਾਰ ਪਰਪੰਚ ਤੋਂ ਬੰਨੇ ਹੋਣਾ। ਸ਼ਬਦ ਰਤੇ ਹਰ ਪਾਹਾ। ਜਿਹੜੇ ਗੁਰਮੁਖ ਪਿਆਰੇ ਨੇ ਭਾਈ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੀ ਪਾਹ ਲੱਗੀ ਏ ਪਾਹ। ਜਦੋਂ ਆ ਕੱਪੜੇ ਨੂੰ ਆਪਾਂ ਗੁਰਮੁਖ ਪਿਆਰੇ ਧੋਂਦੇ ਨੇ ਨਾ, ਰੰਗ ਲਾਉਂਦੇ ਨੇ, ਤੇ ਜਿਹੜੀ ਪਹਿਲੀ ਮਾਂਡੀ ਹੈ ਨਾ, ਉਹਨੂੰ ਪਾਹ ਕਹਿੰਦੇ ਹਨ। ਆ ਸਾਡੀਆਂ ਬੀਬੀਆਂ ਭੈਣਾਂ ਨੂੰ ਪਤਾ ਵੀ ਆਪਾਂ ਕੱਪੜਾ ਲੈ ਕੇ ਰੰਗ ਲਾਉਣਾ ਹੋਵੇ ਤੇ ਕਹਿੰਦੀਆਂ ਪਹਿਲਾਂ ਇਹਦੀ ਮਾਂਡੀ ਲਾ ਦਿਓ। ਜਿਹੜੀ ਸਾਨੂੰ ਮਾਇਆ ਦੀ ਮਾਂਡੀ ਚੜ੍ਹੀ ਹੈ ਨਾ,
ਇਹ ਲਹਿ ਕਰਕੇ ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਗਿਆਨ ਦੀ ਜਦੋਂ ਇਹ ਮਾਇਆ ਚੜ੍ਹ ਗਈ ਨਾ, ਤੇ ਫਿਰ ਕਿਸੇ ਪ੍ਰਕਾਰ ਦਾ ਸਾਡੇ ਤੇ ਅਸਰ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਸਤਿਗੁਰ ਗਿਆਨ ਸਦਾ ਘਟ ਚਾਨਣ, ਅਮਰ ਸਿਰ ਬਾਦਸ਼ਾਹਾ। ਅਣ ਦਿਨ ਭਗਤ ਕਰਹਿ ਦਿਨ ਰਾਤੀ, RAM ਨਾਮ ਸਚ ਲਾਹਾ। ਨਾਨਕ RAM ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।